ਮੇਰਾ ਨਾਮ ਖੁਸ਼ੀ ਹੈ। ਅੱਜ ਮੈਂ ਤੁਹਾਨੂੰ ਆਪਣੀ ਦਰਦ ਭਰੀ ਕਹਾਣੀ ਦੱਸਣ ਜਾ ਰਹੀ ਹਾਂ। ਮੇਰੀ ਕਹਾਣੀ ਇੰਨੀ ਦਰਦਨਾਕ ਹੈ ਕਿ ਸੁਣ ਕੇ ਸ਼ਾਇਦ ਤੁਹਾਡੀਆਂ ਅੱਖਾਂ 'ਚ ਹੰਝੂ ਆ ਜਾਣਗੇ। ਮੇਰਾ ਨਾਮ ਖੁਸ਼ੀ ਹੈ ਅਤੇ ਮੈਂ ਇੱਕ ਗਰੀਬ ਪਰਿਵਾਰ ਵਿੱਚ ਪੈਦਾ ਹੋਈ ਸੀ। ਮੇਰੇ ਤੋਂ 3 ਭੈਣਾਂ ਛੋਟੀਆਂ ਸਨ ਅਤੇ ਮੈਂ ਸਭ ਤੋਂ ਵੱਡੀ ਸੀ। ਮੇਰੇ ਪਿਤਾ ਜੀ ਮਜ਼ਦੂਰੀ ਕਰਦੇ ਸੀ ਅਤੇ ਸਾਡਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਸੀ। ਅਸੀਂ ਕਈ ਦਿਨ ਭੁੱਖੇ ਪਿਆਸੇ ਰਹਿੰਦੇ ਸੀ। ਜਦੋਂ ਪਿਤਾ ਜੀ ਨੂੰ ਮਜ਼ਦੂਰੀ ਦਾ ਕੰਮ ਮਿਲ ਜਾਂਦਾ ਸੀ, ਫਿਰ ਪੈਸੇ ਲੈ ਕੇ ਘਰ ਲਈ ਰਾਸ਼ਨ ਲੈ ਕੇ ਆਉਂਦੇ ਸੀ। ਫਿਰ ਜਦੋਂ ਪਿਤਾ ਜੀ ਨੂੰ ਕੰਮ ਨਹੀਂ ਮਿਲਦਾ ਸੀ ਤਾਂ ਸਾਨੂੰ ਕਈ ਦਿਨ ਭੁੱਖੇ ਰਹਿਣਾ ਪੈਂਦਾ ਸੀ। ਮੇਰਾ ਕੋਈ ਭਰਾ ਨਹੀਂ ਸੀ ਜੋ ਮੇਰੇ ਪਿਤਾ ਜੀ ਦੀ ਮਦਦ ਕਰ ਸਕੇ। ਮੇਰੇ ਘਰ ਦੇ ਹਾਲਾਤ ਬਹੁਤ ਖਰਾਬ ਸਨ, ਇਸ ਲਈ ਪਿਤਾ ਜੀ ਨੇ ਮੇਰਾ ਵਿਆਹ ਆਪਣੇ ਦੋਸਤ ਦੇ ਲੜਕੇ ਨਾਲ ਕਰਵਾ ਦਿੱਤਾ, ਜਿਸ ਦਾ ਨਾਮ ਸੰਨੀ ਸੀ। ਗਰੀਬੀ ਦੇ ਹਾਲਾਤਾਂ ਵਿੱਚ ਮੇਰਾ ਵਿਆਹ ਹੋਇਆ ਸੀ। ਮੈਂ ਖਾਲੀ ਹੱਥ ਆਪਣੇ ਸਹੁਰੇ ਘਰ ਗਈ ਸੀ। ਕਹਿਣ ਨੂੰ ਤਾਂ ਮੇਰੇ ਸਹੁਰੇ ਵੀ ਕੋਈ ਬਹੁਤਾ ਅਮੀਰ ਨਹੀਂ ਸੀ, ਪਰ ਮੇਰੇ ਪਤੀ ਦੀ ਮਾਂ ਕਹਿੰਦੀ ਸੀ ਕਿ ਇਸ ਲੜਕੀ ਦੇ ਪਿਤਾ ਜੀ ਨੇ ਇਸ ਨੂੰ ਜ਼ਬਰਦਸਤੀ ਸਾਡੇ ਲੜਕੇ ਨਾਲ ਬੰਨ੍ਹ ਦਿੱਤਾ ਹੈ। ਮੈਂ ਤਾਂ ਕਿਸੇ ਅਮੀਰ ਪਰਿਵਾਰ ਦੀ ਧੀ ਦਾ ਵਿਆਹ ਆਪਣੇ ਪੁੱਤਰ ਨਾਲ ਕਰਨਾ ਚਾਹੁੰਦੀ ਸੀ। ਮੇਰੇ ਪਤੀ ਆਪਣੇ ਪਰਿਵਾਰ ਦੇ ਇਕਲੌਤੇ ਪੁੱਤਰ ਸੀ, ਪਰ ਫਿਰ ਵੀ ਉਸ ਦਾ ਪਰਿਵਾਰ ਵਿੱਚ ਕੋਈ ਮੁੱਲ ਨਹੀਂ ਸੀ। ਮੇਰੇ ਵਿਆਹ ਤੋਂ ਕੁਝ ਦਿਨ ਬਾਅਦ ਹੀ ਮੇਰਾ ਸਹੁਰਾ ਇਸ ਸੰਸਾਰ ਨੂੰ ਛੱਡ ਗਿਆ ਸੀ। ਮੇਰੇ ਪਤੀ ਦੀਆਂ ਵੀ 3 ਭੈਣਾਂ ਸਨ। ਮੇਰੇ ਸਹੁਰੇ ਕੋਲ 2 ਘਰ ਸੀ ਜੋ ਕਿਰਾਏ ਤੇ ਦਿੱਤੇ ਹੋਏ ਸੀ। ਜਿਨ੍ਹਾਂ ਦਾ ਕਿਰਾਇਆ ਘਰ ਆਉਂਦਾ ਸੀ, ਉਹਨਾਂ ਨਾਲ ਘਰ ਦਾ ਖਰਚਾ ਚੱਲਦਾ ਸੀ। ਮੇਰੇ ਪਤੀ ਦੀ ਨੌਕਰੀ ਜ਼ਿਆਦਾ ਵਧੀਆ ਨਹੀਂ ਸੀ। ਮੇਰੇ ਪਤੀ ਕਾਫੀ ਸਮੇਂ ਤੋਂ ਚੰਗੀ ਨੌਕਰੀ ਦੀ ਤਲਾਸ਼ ਵਿੱਚ ਸਨ, ਪਰ ਸ਼ਾਇਦ ਉਹਨਾਂ ਦੀ ਕਿਸਮਤ ਵਿੱਚ ਚੰਗੀ ਨੌਕਰੀ ਨਹੀਂ ਸੀ। ਮੇਰੇ ਪਤੀ ਦੀ ਮਾਂ ਉਸ ਨਾਲ ਉਦੋਂ ਹੀ ਗੱਲ ਕਰਦੀ ਸੀ ਜਦੋਂ ਉਹ ਥੋੜਾ ਬਹੁਤਾ ਪੈਸਾ ਲਿਆ ਕੇ ਉਸ ਦੇ ਹੱਥ ਵਿੱਚ ਰੱਖਦੇ ਸੀ। ਜੇਕਰ ਉਹਨਾਂ ਨੂੰ ਇੱਕ ਦਿਨ ਕੋਈ ਕੰਮ ਨਾ ਮਿਲਦਾ ਤਾਂ ਉਸ ਦੀ ਮਾਂ ਸਾਰਾ ਦਿਨ ਮੂਡ ਖਰਾਬ ਕਰ ਰੱਖਦੀ ਸੀ। ਵਿਆਹ ਦੀ ਪਹਿਲੀ ਸਵੇਰ ਹੀ ਮੇਰੀ ਸੱਸ ਨੇ ਮੇਰੇ ਕਮਰੇ ਦਾ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਸੀ। ਕਹਿਣ ਲੱਗੀ, ਉੱਠੋ ਮਹਾਰਾਣੀ, ਸਵੇਰ ਹੋ ਗਈ ਹੈ। ਅਤੇ ਮੇਰਾ ਪਤੀ ਸਵੇਰੇ ਕੰਮ ਤੇ ਜਾਣ ਲਈ ਬਾਹਰ ਨਿਕਲ ਗਏ ਸੀ, ਕਿਉਂਕਿ ਮੇਰੇ ਵਿਆਹ ਨੂੰ ਸਿਰਫ 1 ਹੀ ਦਿਨ ਬੀਤਿਆ ਸੀ ਅਤੇ ਮੇਰੇ ਪਤੀ ਨੇ ਸਾਰਾ ਹਿਸਾਬ ਖੁਦ ਹੀ ਕਰਨਾ ਸੀ। ਉਸ ਨੇ ਵਿਆਹ ਦੀ ਸਾਰੀ ਜ਼ਿੰਮੇਵਾਰੀ ਖੁਦ ਹੀ ਲਈ ਸੀ, ਕਿਉਂਕਿ ਉਸ ਦਾ ਕੋਈ ਭਰਾ ਨਹੀਂ ਸੀ। ਉਸ ਦੇ ਪਿਤਾ ਜੀ ਨੇ ਵਿਆਹ ਤੇ 1 ਰੁਪਇਆ ਵੀ ਖਰਚ ਨਹੀਂ ਕੀਤਾ। ਜਿਵੇਂ ਹੀ ਮੇਰੀ ਸੱਸ ਆਈ, ਉਸਨੇ ਮੈਨੂੰ ਕਿਹਾ, ਉੱਠੋ ਮਹਾਰਾਣੀ, ਆਪਣਾ ਖਾਣਾ ਆਪ ਬਣਾ ਲਓ ਅਤੇ ਆਪਣੇ ਪਤੀ ਦਾ ਵੀ। ਜੇਕਰ ਸਾਰੀ ਜ਼ਿੰਮੇਵਾਰੀ ਹੁਣ ਤੋਂ ਉਠਾ ਲਵੇਂਗੀ ਤਾਂ ਅੱਗੇ ਭਵਿੱਖ ਵਿੱਚ ਸੌਖਾ ਹੋ ਜਾਵੇਗਾ। ਅਤੇ ਹਾਂ, ਅੱਗੇ ਤੋਂ ਮੇਰੇ ਤੋਂ ਕੋਈ ਉਮੀਦ ਨਾ ਰੱਖਣਾ। ਮੇਰੀਆਂ ਆਪਣੀਆਂ ਵੀ 3 ਜਵਾਨ ਧੀਆਂ ਹਨ, ਜਿਨ੍ਹਾਂ ਤਿੰਨਾਂ ਦੀ ਜ਼ਿੰਮੇਵਾਰੀ ਵੀ ਮੇਰੇ ਤੇ ਹੈ। ਜੇ ਹੋ ਸਕੇ ਤਾਂ ਮੇਰੀ ਵੀ ਮਦਦ ਕਰ ਦੇਣਾ। ਅੱਜ ਤੋਂ ਹੀ ਤੁਸੀਂ ਆਪਣਾ ਖਾਣ ਪੀਣ ਵੱਖਰਾ ਕਰ ਲੈਣਾ, ਕਿਉਂਕਿ ਤੇਰੇ ਪਤੀ ਦੀ ਕਮਾਈ ਇੰਨੀ ਨਹੀਂ ਹੈ ਕਿ ਮੈਂ ਤੈਨੂੰ ਆਪਣੇ ਨਾਲ ਪਾਲ ਸਕਾਂ। ਮੇਰੇ ਪਤੀ ਦੇ ਖੁਦ ਕਿਰਾਏ ਤੇ ਮਕਾਨ ਹੈ, ਜਿਨ੍ਹਾਂ ਦਾ ਕਿਰਾਇਆ ਆਉਂਦਾ ਹੈ ਤਾਂ ਮੈਨੂੰ ਉਹਨਾਂ ਨਾਲ ਹੀ ਗੁਜ਼ਾਰਾ ਕਰਨਾ ਪੈਂਦਾ ਹੈ। ਮੈਂ ਚੁੱਪਚਾਪ ਆਪਣੀ ਸੱਸ ਦੀਆਂ ਸਾਰੀਆਂ ਗੱਲਾਂ ਸੁਣ ਰਹੀ ਸੀ। ਮੇਰੇ ਕੋਲ ਉਸ ਦੀ ਗੱਲ ਦਾ ਕੋਈ ਜਵਾਬ ਨਹੀਂ ਸੀ। ਇਹ ਸਭ ਕੁਝ ਕਹਿਣ ਤੋਂ ਬਾਅਦ ਉਹ ਮੇਰੇ ਕਮਰੇ ਤੋਂ ਚਲੀ ਗਈ। ਮੇਰੇ ਪਤੀ ਨੂੰ ਸ਼ਾਇਦ ਆਪਣੀ ਮਾਂ ਬਾਰੇ ਪਹਿਲਾਂ ਤੋਂ ਹੀ ਪਤਾ ਸੀ, ਇਸੇ ਲਈ ਜਦੋਂ ਉਹ ਬਾਹਰੋਂ ਆਇਆ ਤਾਂ ਮੇਰੇ ਲਈ ਨਾਸ਼ਤਾ ਲਿਆਇਆ। ਉਸ ਨੇ ਨਾਸ਼ਤਾ ਪਲੇਟ ਵਿੱਚ ਪਾ ਕੇ ਮੇਰੇ ਸਾਹਮਣੇ ਰੱਖਿਆ ਅਤੇ ਬੜੇ ਪਿਆਰ ਨਾਲ ਮੈਨੂੰ ਆਪਣੇ ਹੱਥਾਂ ਨਾਲ ਖਵਾਉਣ ਲੱਗਿਆ। ਨਾਸ਼ਤਾ ਕਰਦੇ ਸਮੇਂ ਉਸਨੇ ਮੈਨੂੰ ਕਿਹਾ ਕਿ ਮੇਰੀ ਮਾਂ ਨੇ ਜੋ ਵੀ ਕਿਹਾ ਉਸ ਦਾ ਬੁਰਾ ਨਾ ਮੰਨਣਾ। ਉਹ ਮੇਰੀ ਮਾਂ ਹੈ, ਉਹ ਥੋੜਾ ਗਰਮ ਸੁਭਾਅ ਦੀ ਹੈ। ਉਸ ਤੇ 3 ਧੀਆਂ ਦੀ ਜ਼ਿੰਮੇਵਾਰੀ ਹੈ ਅਤੇ ਪਿਤਾ ਜੀ ਵੀ ਕੋਈ ਕੰਮ ਨਹੀਂ ਕਰਦੇ ਸੀ, ਇਸ ਕਰਕੇ ਉਸ ਦਾ ਮੂਡ ਥੋੜਾ ਖਰਾਬ ਰਹਿੰਦਾ ਹੈ। ਉਹ ਜੋ ਵੀ ਹੈ, ਉਹ ਮੇਰੀ ਮਾਂ ਹੈ। ਮੈਂ ਸਾਰੀ ਉਮਰ ਉਸ ਦਾ ਆਦਰ ਕੀਤਾ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਮੇਰੀ ਪਤਨੀ ਜਣੀ ਤੁਸੀਂ ਵੀ ਉਸ ਦਾ ਆਦਰ ਕਰੋ। ਰਿਸ਼ਤੇ ਸਿਰਫ ਪਿਆਰ ਅਤੇ ਸਤਿਕਾਰ ਨਾਲ ਹੀ ਚੱਲਦੇ ਹਨ। ਜੇਕਰ ਕਿਸੇ ਵੀ ਰਿਸ਼ਤੇ ਵਿੱਚ ਪਿਆਰ ਅਤੇ ਸਤਿਕਾਰ ਨਾ ਹੋਵੇ ਤਾਂ ਉਹ ਰਿਸ਼ਤੇ ਖਤਮ ਹੋ ਜਾਂਦੇ ਹਨ। ਜਿੱਥੇ ਅਸੀਂ ਥੋੜਾ ਜਿਹਾ ਪਿਆਰ ਵੀ ਦਿਖਾਉਂਦੇ ਹਾਂ, ਇਸ ਲਈ ਸਾਡਾ ਪਰਿਵਾਰ ਕਦੇ ਨਹੀਂ ਟੁੱਟਦਾ। ਅਤੇ ਜਿੱਥੇ ਪਿਆਰ ਖਤਮ ਹੁੰਦਾ ਹੈ, ਉੱਥੇ ਖੂਨ ਦੇ ਰਿਸ਼ਤੇ ਵੀ ਖਤਮ ਹੋ ਜਾਂਦੇ ਹਨ। ਅਸੀਂ ਦੋਵੇਂ ਇਕੱਠੇ ਨਾਸ਼ਤਾ ਕਰ ਰਹੇ ਸੀ ਅਤੇ ਨਾਲ ਹੀ ਗੱਲਾਂ ਕਰ ਰਹੇ ਸੀ। ਇਸ ਸਮੇਂ ਮੇਰੀ ਸੱਸ ਫਿਰ ਮੇਰੇ ਕਮਰੇ ਵਿੱਚ ਆਈ ਅਤੇ ਮੇਰੀ ਸੱਸ ਨੇ ਮੇਰੇ ਪਤੀ ਨੂੰ ਕਿਹਾ ਕਿ ਹੁਣ ਤੁਹਾਡਾ ਵਿਆਹ ਹੋ ਗਿਆ ਹੈ, ਹੁਣ ਆਪਣਾ ਵੱਖਰਾ ਘਰ ਬਣਾਉਣਾ ਬਾਰੇ ਸੋਚੋ, ਕਿਉਂਕਿ ਸਾਡਾ ਘਰ ਬਹੁਤ ਛੋਟਾ ਹੈ ਅਤੇ ਤੁਸੀਂ ਜਾਣਦੇ ਹੋ ਕਿ ਤੁਹਾਡੇ ਪਿਤਾ ਜੀ ਦੇ 3 ਘਰ ਹਨ। ਤਿੰਨਾਂ ਘਰ ਮੇਰੀਆਂ 3 ਧੀਆਂ ਦੇ ਹਨ। ਮੈਂ ਹਰ ਘਰ ਵੇਚ ਕੇ ਆਪਣੀਆਂ ਧੀਆਂ ਦਾ ਵਿਆਹ ਕਰਨਾ ਚਾਹੁੰਦੀ ਹਾਂ। ਤੇਰਾ ਵਿਆਹ ਕਿਸੇ ਨਾ ਕਿਸੇ ਤਰ੍ਹਾਂ ਹੋ ਗਿਆ। ਤੇਰੀ ਘਰਵਾਲੀ ਇੱਥੇ ਖਾਲੀ ਹੱਥ ਆਈ ਸੀ, ਪਰ ਮੈਂ ਨਹੀਂ ਚਾਹੁੰਦੀ ਕਿ ਮੇਰੀਆਂ ਧੀਆਂ ਇੱਥੋਂ ਖਾਲੀ ਹੱਥ ਜਾਣ।
ਮੈਂ ਆਪਣੀਆਂ ਧੀਆਂ ਦਾ ਵਿਆਹ ਧੂਮ-ਧਾਮ ਨਾਲ ਕਰਨਾ ਚਾਹੁੰਦੀ ਹਾਂ ਤਾਂ ਜੋ ਉਹ ਆਪਣੇ ਸਹੁਰੇ ਘਰ ਖੁਸ਼ ਰਹਿਣ। ਮੈਂ ਉਸ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਕਿ ਉਸ ਦੇ ਆਪਣੇ 3 ਘਰ ਹਨ। ਉਹ ਅਜੇ ਵੀ ਆਪਣੇ ਬੇਟੇ ਨੂੰ ਵੱਖਰਾ ਘਰ ਲੈਣ ਲਈ ਕਹਿ ਰਹੀ ਹੈ। ਸੰਨੀ ਉਸ ਦਾ ਇਕਲੌਤਾ ਪੁੱਤਰ ਸੀ, ਪਰ ਉਸ ਨੂੰ ਆਪਣੇ ਇਕਲੌਤੇ ਪੁੱਤਰ ਦੀ ਬਿਲਕੁਲ ਵੀ ਪਰਵਾਹ ਨਹੀਂ ਸੀ। ਮੇਰੀ ਸੱਸ ਉਸ ਨੂੰ ਕਹਿ ਰਹੀ ਸੀ ਕਿ ਉਹ ਆਪਣੀਆਂ ਭੈਣਾਂ ਦਾ ਵੱਡਾ ਭਰਾ ਹੈ ਅਤੇ ਉਹਨਾਂ ਲਈ ਪਿਤਾ ਸਮਾਨ ਹੈ। ਹੁਣ ਤੇਰਾ ਫਰਜ਼ ਬਣਦਾ ਹੈ ਕਿ ਤੂੰ ਇਸ ਘਰ ਵਿੱਚ ਕੋਈ ਹਿੱਸਾ ਨਾ ਲਵੇਂ, ਕਿਉਂਕਿ ਨਾ ਤਾਂ ਤੂੰ ਇੰਨਾ ਕਮਾਉਂਦਾ ਹੈ ਤੇ ਨਾ ਹੀ ਤੇਰਾ ਬਾਪ ਇੰਨਾ ਕਮਾਉਂਦਾ ਹੈ ਤਾਂ ਜੋ ਤੁਹਾਡੀਆਂ 3 ਭੈਣਾਂ ਦਾ ਵਿਆਹ ਹੋ ਸਕੇ। ਇਸ ਲਈ ਉਹ ਪਹਿਲਾਂ ਹੀ ਆਪਣੀਆਂ ਧੀਆਂ ਦਾ ਇੰਤਜ਼ਾਮ ਕਰਦੀ ਆ ਰਹੀ ਹੈ। ਇਸ ਲਈ ਤੁਸੀਂ ਇਸ ਘਰ ਤੋਂ ਹਿੱਸਾ ਮੰਗਣ ਦੀ ਗੱਲ ਨਾ ਕਰਨਾ। ਇਸੇ ਕਰਕੇ ਤੁਸੀਂ ਤਿੰਨੋਂ ਘਰ ਇੱਕ ਕਰਕੇ ਆਪਣੀਆਂ ਭੈਣਾਂ ਦੇ ਨਾਂ ਕਰ ਦਿਓ। ਉਹ ਤੁਹਾਡੀਆਂ ਭੈਣਾਂ ਹਨ ਅਤੇ ਹੁਣ ਤੁਸੀਂ ਉਹਨਾਂ ਦੀ ਦੇਖਭਾਲ ਕਰਨੀ ਹੈ। ਤੁਹਾਡੇ ਪਿਤਾ ਜੀ ਬਿਮਾਰ ਰਹਿੰਦੇ ਹਨ, ਕੌਣ ਜਾਣਦਾ ਹੈ ਕਿ ਉਹ ਕਦੋਂ ਇਸ ਦੁਨੀਆ ਤੋਂ ਚਲੇ ਜਾਣ। ਇਸ ਲਈ ਹੁਣ ਤੁਸੀਂ ਉਹਨਾਂ ਦਾ ਸਭ ਕੁਝ ਹੋ। ਮੈਂ ਆਪਣੀ ਸੱਸ ਦੀਆਂ ਗੱਲਾਂ ਸੁਣ ਕੇ ਬਹੁਤ ਹੈਰਾਨ ਹੋਈ। ਮੇਰੇ ਵਿਆਹ ਤੋਂ ਅਗਲੇ ਦਿਨ ਹੀ ਉਹ ਇੰਨੀਆਂ ਗੱਲਾਂ ਕਿਵੇਂ ਕਹਿ ਸਕਦੀ ਸੀ। ਸਾਡੇ ਵਿਆਹ ਦੇ ਪਹਿਲੇ ਦਿਨ ਤੋਂ ਹੀ ਉਹ ਮੈਨੂੰ ਬਰਦਾਸ਼ਤ ਨਹੀਂ ਕਰ ਰਹੀ ਸੀ। ਮੇਰਾ ਪਤੀ, ਜੋ ਉਸ ਦਾ ਇਕਲੌਤਾ ਪੁੱਤਰ ਸੀ, ਚੁੱਪਚਾਪ ਸਭ ਕੁਝ ਸੁਣ ਰਿਹਾ ਸੀ ਅਤੇ ਬਸ ਹਾਂ ਵਿੱਚ ਜਵਾਬ ਦੇ ਰਹੇ ਸੀ। ਉਹ ਆਪਣੀ ਮਾਂ ਨੂੰ ਕਹਿ ਰਿਹਾ ਸੀ ਕਿ ਮਾਂ, ਤੂੰ ਜੋ ਕਹੇਗੀ ਮੈਂ ਕਰਾਂਗਾ। ਮੈਂ ਇਹ ਦੇਖ ਕੇ ਹੈਰਾਨ ਸੀ ਕਿ ਇੱਕ ਮਾਂ ਆਪਣੇ ਹੀ ਪੁੱਤਰ ਨਾਲ ਅਜਿਹਾ ਕਿਵੇਂ ਕਰ ਸਕਦੀ ਹੈ। ਮੇਰੇ ਪਤੀ ਨੇ ਕਿਹਾ ਕਿ ਮੈਂ ਤੁਹਾਨੂੰ ਪਹਿਲਾਂ ਕਦੇ ਕਿਸੇ ਚੀਜ਼ ਲਈ ਇਨਕਾਰ ਨਹੀਂ ਕੀਤਾ ਅਤੇ ਨਾ ਹੀ ਦੁਬਾਰਾ ਇਨਕਾਰ ਕਰਾਂਗਾ। ਇਹ ਸਭ ਕੁਝ ਕਹਿਣ ਤੋਂ ਬਾਅਦ ਜਦੋਂ ਮੇਰੀ ਸੱਸ ਕਮਰੇ ਤੋਂ ਬਾਹਰ ਗਈ ਤਾਂ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਤੂੰ ਸਾਡੇ ਘਰ ਦੇ ਮਾਮਲੇ ਵਿੱਚ ਕਦੇ ਨਹੀਂ ਬੋਲਣਾ। ਮੈਨੂੰ ਪਤਾ ਹੈ ਕਿ ਮੇਰੀ ਮਾਂ ਮੈਨੂੰ ਬਿਲਕੁਲ ਪਿਆਰ ਨਹੀਂ ਕਰਦੀ। ਮੇਰੀ ਮਾਂ ਮੈਨੂੰ ਇਸ ਕਰਕੇ ਪਿਆਰ ਨਹੀਂ ਕਰਦੀ ਕਿਉਂਕਿ ਮੈਂ ਚੰਗੀ ਕਮਾਈ ਨਹੀਂ ਕਰਦਾ। ਮੇਰੀ ਮਾਂ ਕਹਿੰਦੀ ਹੁੰਦੀ ਸੀ ਕਿ ਅੱਜ ਕੱਲ੍ਹ ਦੇ ਮੁੰਡਿਆਂ ਨੂੰ ਦੇਖੋ, ਉਹ ਆਪਣੇ ਘਰ ਦਾ ਸਾਰਾ ਖਰਚਾ ਚੁੱਕਦੇ ਹਨ। ਪਰ ਮੇਰੀ ਮਾਂ ਨੂੰ ਕੌਣ ਸਮਝਾਵੇ ਕਿ ਹਰ ਇਨਸਾਨ ਦੀ ਆਪਣੀ ਕਿਸਮਤ ਹੁੰਦੀ ਹੈ। ਉਹ ਮੈਨੂੰ ਘੱਟ ਪਿਆਰ ਕਰਦੀ ਹੈ, ਇਸ ਲਈ ਉਹ ਤੁਹਾਨੂੰ ਵੀ ਬਰਦਾਸ਼ਤ ਨਹੀਂ ਕਰੇਗੀ। ਮੈਂ ਸਾਰੀ ਉਮਰ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਨੂੰ ਬਰਦਾਸ਼ਤ ਕੀਤਾ ਹੈ ਅਤੇ ਜਦੋਂ ਤੱਕ ਅਸੀਂ ਇਸ ਘਰ ਵਿੱਚ ਹਾਂ ਤੁਹਾਨੂੰ ਵੀ ਇਹ ਸਭ ਕੁਝ ਬਰਦਾਸ਼ਤ ਕਰਨਾ ਪਵੇਗਾ। ਮੈਂ ਇਸ ਮਾਮਲੇ ਵਿੱਚ ਕਦੇ ਵੀ ਕੋਈ ਸ਼ਿਕਾਇਤ ਨਹੀਂ ਸੁਣਨਾ ਚਾਹੁੰਦਾ। ਉਹ ਮੇਰੀ ਮਾਂ ਹੈ, ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਪਰ ਤੁਹਾਨੂੰ ਉਸ ਨੂੰ ਸ਼ਿਕਾਇਤ ਕਰਨ ਦਾ ਮੌਕਾ ਨਹੀਂ ਦੇਣਾ ਚਾਹੀਦਾ। ਮੇਰੇ ਪਤੀ ਨੇ ਉਸ ਦਿਨ ਮੇਰੇ ਤੋਂ ਇੱਕ ਵਾਅਦਾ ਲਿਆ ਸੀ ਜਿਸ ਨੂੰ ਮੈਂ ਦਿਲੋਂ ਸਵੀਕਾਰ ਕਰ ਲਿਆ ਸੀ। ਮੈਂ ਉਸ ਨਾਲ ਵਾਅਦਾ ਕੀਤਾ ਸੀ ਕਿ ਮੈਂ ਤੁਹਾਨੂੰ ਸ਼ਿਕਾਇਤ ਕਰਨ ਦਾ ਮੌਕਾ ਨਹੀਂ ਦੇਵਾਂਗੀ। ਮੇਰੇ ਪਤੀ ਮੇਰੀ ਇਸ ਗੱਲ ਤੋਂ ਬਹੁਤ ਖੁਸ਼ ਹੋਏ। ਮੈਂ ਆਪਣੇ ਘਰ ਨੂੰ ਚੰਗੀ ਤਰ੍ਹਾਂ ਸੰਭਾਲ ਲਿਆ ਸੀ। ਘਰ ਦਾ ਸਾਰਾ ਕੰਮ ਮੈਂ ਆਪ ਕਰਦੀ ਸੀ। ਮੈਂ ਆਪਣੀ ਸੱਸ ਨੂੰ ਕੋਈ ਕੰਮ ਨਹੀਂ ਕਰਨ ਦਿੰਦੀ ਸੀ। ਮੈਂ ਬਹੁਤ ਕੋਸ਼ਿਸ਼ ਕਰਦੀ ਸੀ, ਪਰ ਮੈਂ ਆਪਣੀ ਸੱਸ ਨੂੰ ਖੁਸ਼ ਨਹੀਂ ਕਰ ਸਕੀ ਅਤੇ ਨਾ ਹੀ ਆਪਣੀ ਸੱਸ ਦੇ ਦਿਲ ਵਿੱਚ ਜਗ੍ਹਾ ਬਣਾ ਸਕੀ। ਘਰ ਦਾ ਸਾਰਾ ਕੰਮ ਕਰਕੇ ਮੈਂ ਆਪਣੀ ਸੱਸ ਦੇ ਪੈਰ ਦਬਾਉਂਦੀ ਸੀ। ਮੈਂ ਆਪਣੀ ਸੱਸ ਦੇ ਨਾਲ ਨਾਲ ਉਸ ਦੀਆਂ 3 ਧੀਆਂ ਦੇ ਕੰਮ ਵੀ ਆਪ ਕਰਦੀ ਸੀ। ਉਹ ਤਿੰਨੇ ਸਿਰਫ ਆਪਣੀ ਪੜ੍ਹਾਈ ਵਿੱਚ ਰੁੱਝੀਆਂ ਰਹਿੰਦੀਆਂ ਸੀ। ਮੇਰੀ ਸੱਸ ਨੇ ਕਦੇ ਵੀ ਮੇਰੀ ਤਾਰੀਫ ਨਹੀਂ ਕੀਤੀ ਸੀ। ਮੇਰੇ ਪਤੀ ਦੀ ਨੌਕਰੀ ਵੀ ਬਹੁਤੀ ਚੰਗੀ ਨਹੀਂ ਸੀ। ਮੈਂ ਆਪਣੇ ਮਾਤਾ ਪਿਤਾ ਦੇ ਘਰ ਬਹੁਤ ਔਖਾ ਟਾਈਮ ਪਾਸ ਕੀਤਾ ਸੀ ਅਤੇ ਮੇਰੇ ਸਹੁਰੇ ਘਰ ਦਾ ਵੀ ਇਹੀ ਹਾਲ ਸੀ। ਮੇਰੀ ਸੱਸ ਨੇ ਮੈਨੂੰ ਪਹਿਲੇ ਦਿਨ ਤੋਂ ਹੀ ਅਲੱਗ ਕਰ ਦਿੱਤਾ ਸੀ ਅਤੇ ਸਾਨੂੰ ਕਿਹਾ ਸੀ ਕਿ ਆਪਣਾ ਖਾਣ ਪੀਣ ਵੱਖਰਾ ਕਰ ਲਓ ਅਤੇ ਸਾਰਾ ਰਾਸ਼ਨ ਆਪਣੇ ਪਤੀ ਤੋਂ ਮੰਗਵਾਓ। ਮੇਰੀ ਸੱਸ ਮੈਨੂੰ ਜੋ ਵੀ ਕਹਿੰਦੀ ਸੀ ਮੈਨੂੰ ਉਸ ਦੀ ਹਰ ਗੱਲ ਮੰਨਣੀ ਪੈਂਦੀ ਸੀ। ਮੇਰੇ ਪਤੀ ਆਪਣੀ ਮਾਂ ਦੀ ਬਹੁਤ ਇੱਜ਼ਤ ਕਰਦੇ ਸੀ, ਇਸ ਲਈ ਮੈਂ ਕਦੇ ਵੀ ਆਪਣੀ ਸੱਸ ਨੂੰ ਕਿਸੇ ਵੀ ਗੱਲ ਤੇ ਮਨਾ ਨਹੀਂ ਕੀਤਾ ਸੀ। ਜੋ ਉਹ ਮੈਨੂੰ ਕਹਿੰਦੀ ਸੀ ਮੈਂ ਹਮੇਸ਼ਾ ਉਸ ਦਾ ਕਹਿਣਾ ਮੰਨਦੀ ਸੀ। ਮੇਰੇ ਪਤੀ ਚੰਗੀ ਨੌਕਰੀ ਦੀ ਭਾਲ ਵਿੱਚ ਇੱਧਰ ਉੱਧਰ ਘੁੰਮਦੇ ਰਹਿੰਦੇ ਸਨ। ਉਹ ਜਿੱਥੇ ਵੀ ਚੰਗੀ ਨੌਕਰੀ ਲਈ ਇਸ਼ਤਿਹਾਰ ਪੜ੍ਹਦੇ ਸੀ ਉੱਥੇ ਹੀ ਨੌਕਰੀ ਲਈ ਅਪਲਾਈ ਕਰਦੇ ਸੀ। ਮੇਰੇ ਵਿਆਹ ਤੋਂ 1 ਮਹੀਨੇ ਬਾਅਦ ਹੀ ਮੇਰਾ ਸਹੁਰਾ ਵੀ ਇਸ ਦੁਨੀਆ ਤੋਂ ਚਲਾ ਗਿਆ। ਮੇਰੀ ਸੱਸ ਆਪਣੇ ਪਤੀ ਦੇ ਜਾਣ ਤੋਂ ਬਿਲਕੁਲ ਵੀ ਦੁਖੀ ਨਹੀਂ ਸੀ ਕਿਉਂਕਿ ਮੇਰੀ ਸੱਸ ਬਹੁਤ ਲਾਲਚੀ ਔਰਤ ਸੀ। ਨਾ ਹੀ ਉਸ ਦੀਆਂ ਧੀਆਂ ਆਪਣੇ ਪਿਤਾ ਜੀ ਦੀ ਮੌਤ ਤੋਂ ਦੁਖੀ ਸਨ, ਪਰ ਮੇਰੇ ਪਤੀ ਨੂੰ ਆਪਣੇ ਪਿਤਾ ਜੀ ਦੇ ਜਾਣ ਦਾ ਬਹੁਤ ਦੁੱਖ ਸੀ ਕਿਉਂਕਿ ਉਸ ਦਾ ਪਿਤਾ ਹੀ ਸੀ ਜੋ ਆਪਣੇ ਪੁੱਤਰ ਨੂੰ ਬਹੁਤ ਪਿਆਰ ਕਰਦੇ ਸੀ। ਮੇਰੀ ਸੱਸ ਨੂੰ ਆਪਣੇ ਪਤੀ ਦਾ ਕੋਈ ਡਰ ਨਹੀਂ ਸੀ, ਇਸ ਲਈ ਉਹ ਘਰ ਵਿੱਚ ਜੋ ਚਾਹੁੰਦੀ ਸੀ ਉਹ ਕਰਦੀ ਸੀ
ਜਦੋਂ ਮੇਰੇ ਵਿਆਹ ਨੂੰ 6 ਮਹੀਨੇ ਹੋ ਗਏ ਸੀ ਤਾਂ ਮੈਨੂੰ ਖੁਸ਼ਖਬਰੀ ਮਿਲੀ ਕਿ ਮੈਂ ਗਰਭਵਤੀ ਹਾਂ। ਮੇਰੇ ਪਤੀ ਇਸ ਤੋਂ ਬਹੁਤ ਖੁਸ਼ ਸਨ, ਪਰ ਮੈਂ ਬਹੁਤ ਚਿੰਤਤ ਸੀ ਅਤੇ ਆਪਣੇ ਪਤੀ ਨੂੰ ਕਹਿ ਰਹੀ ਸੀ ਕਿ ਤੁਹਾਡੇ ਕੋਲ ਅਜੇ ਨੌਕਰੀ ਵੀ ਨਹੀਂ ਹੈ। ਅਸੀਂ ਆਪਣਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਕਰਦੇ ਹਾਂ ਅਤੇ ਜਨਮ ਤੋਂ ਬਾਅਦ ਸਾਡਾ ਬੱਚਾ ਕਿਵੇਂ ਵੱਡਾ ਹੋਵੇਗਾ। ਮੇਰੇ ਪਤੀ ਮੈਨੂੰ ਸਮਝਾ ਰਹੇ ਸੀ ਅਤੇ ਕਹਿ ਰਹੇ ਸੀ ਕਿ ਹਰ ਵਿਅਕਤੀ ਆਪਣੀ ਕਿਸਮਤ ਆਪਣੇ ਨਾਲ ਲੈ ਕੇ ਆਉਂਦਾ ਹੈ। ਤੁਸੀਂ ਦੇਖਣਾ, ਸਾਡਾ ਬੱਚਾ ਸਾਡੇ ਲਈ ਬਹੁਤ ਖੁਸ਼ਕਿਸਮਤ ਸਾਬਤ ਹੋਵੇਗਾ ਅਤੇ ਉਹ ਆਪਣੇ ਲਈ ਅਤੇ ਨਾਲ-ਨਾਲ ਸਾਡੇ ਲਈ ਵੀ ਖੁਸ਼ੀਆਂ ਲਿਆਵੇਗਾ। ਜਦੋਂ ਮੇਰੀ ਸੱਸ ਨੂੰ ਪਤਾ ਲੱਗਾ ਕਿ ਮੈਂ ਗਰਭਵਤੀ ਹਾਂ ਤਾਂ ਇੰਜ ਲੱਗਾ ਜਿਵੇਂ ਉਹਨਾਂ ਤੇ ਪਹਾੜ ਡਿੱਗ ਪਿਆ ਹੋਵੇ। ਉਸ ਨੂੰ ਚਿੰਤਾ ਹੋ ਗਈ ਸੀ ਕਿ ਜੋ ਉਸ ਦਾ ਪੁੱਤਰ ਉਸ ਨੂੰ ਥੋੜੇ ਬਹੁਤੇ ਪੈਸੇ ਦਿੰਦਾ ਹੈ ਉਹ ਉਸ ਦੇ ਕੋਲੋਂ ਆਉਣੇ ਬੰਦ ਹੋ ਜਾਣਗੇ। ਇਸੇ ਲਈ ਉਹ ਹਰ ਰੋਜ਼ ਮੇਰੇ ਪਤੀ ਨੂੰ ਆਪਣਾ ਵੱਖਰਾ ਘਰ ਬਣਾਉਣ ਲਈ ਕਹਿੰਦੀ ਸੀ। ਹੁਣ ਤੁਸੀਂ 2 ਹੋ, ਕੱਲ ਤੁਸੀਂ 3 ਹੋ ਜਾਓਗੇ। ਸਾਡਾ ਘਰ ਪਹਿਲਾਂ ਹੀ ਬਹੁਤ ਛੋਟਾ ਹੈ ਅਤੇ ਤੁਸੀਂ ਬੱਚੇ ਪੈਦਾ ਕਰ ਰਹੇ ਹੋ। ਮੇਰੇ ਪਤੀ ਨੂੰ ਇਸ ਤੋਂ ਬਹੁਤ ਦੁੱਖ ਹੋਇਆ ਅਤੇ ਉਹ ਕੋਸ਼ਿਸ਼ ਕਰ ਰਹੇ ਸੀ ਕਿ ਕਿਤੇ ਨਾ ਕਿਤੇ ਸਸਤੇ ਕਿਰਾਏ ਦਾ ਮਕਾਨ ਲੱਭ ਜਾਵੇ ਅਤੇ ਆਪਣੀ ਮਾਂ ਤੋਂ ਵੱਖ ਹੋ ਜਾਵੇ, ਕਿਉਂਕਿ ਉਹ ਕਦੇ ਨਹੀਂ ਚਾਹੁੰਦੇ ਸੀ ਇਸ ਘਰ ਵਿੱਚ ਕੋਈ ਲੜਾਈ ਝਗੜਾ ਹੋਵੇ ਅਤੇ ਉਹ ਅਜਿਹਾ ਹੋਣ ਤੋਂ ਪਹਿਲਾਂ ਹੀ ਅਲੱਗ ਹੋਣਾ ਚਾਹੁੰਦੇ ਸੀ, ਕਿਉਂਕਿ ਉਸ ਦੀ ਆਮਦਨ ਬਹੁਤ ਘੱਟ ਸੀ। ਇਸ ਸਮੇਂ ਇਹ ਸੰਭਵ ਨਹੀਂ ਸੀ। ਉਹ ਬਹੁਤ ਕੋਸ਼ਿਸ਼ ਕਰ ਰਹੀ ਸੀ ਪਰ ਉਸ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਈਆਂ। ਮੇਰੇ ਪਤੀ ਬਹੁਤ ਹੀ ਸਿੱਧੇ ਸਾਦੇ ਅਤੇ ਚੰਗੇ ਇਨਸਾਨ ਸਨ। ਮੇਰੇ ਪਤੀ ਹਰ ਬੰਦੇ ਨੂੰ ਆਪਣਾ ਬਣਾ ਲੈਂਦੇ ਸਨ। ਉਹ ਹਮੇਸ਼ਾ ਆਪਣੀਆਂ ਭੈਣਾਂ ਦਾ ਬਹੁਤ ਖਿਆਲ ਰੱਖਦੇ ਸੀ, ਪਰ ਉਸ ਦੀਆਂ ਭੈਣਾਂ ਕਦੇ ਵੀ ਉਹਨਾਂ ਦੇ ਪੱਖ ਤੋਂ ਨਹੀਂ ਬੋਲਦੀਆਂ ਸਨ, ਸਗੋਂ ਉਹਨਾਂ ਨੇ ਹਮੇਸ਼ਾ ਆਪਣੀ ਮਾਂ ਦਾ ਸਾਥ ਦਿੱਤਾ ਸੀ। ਮੇਰੀਆਂ ਤਿੰਨੋਂ ਨਣਦਾਂ ਬਹੁਤ ਹੁਸ਼ਿਆਰ ਸੀ। ਉਹ ਹਮੇਸ਼ਾ ਆਪਣਾ ਕੰਮ ਮੇਰੇ ਕੋਲੋਂ ਕਰਵਾ ਲੈਂਦੀਆਂ ਸੀ ਅਤੇ ਇੱਕ ਵੀ ਕੰਮ ਨੂੰ ਉਹ ਆਪ ਹੱਥ ਨਹੀਂ ਲਾਉਂਦੀਆਂ ਸੀ। ਹੁਣ ਜਦੋਂ ਤੋਂ ਮੈਨੂੰ ਆਪਣੇ ਪਤੀ ਦੇ ਕਹਿਣ ਤੇ ਇਸ ਘਰ ਵਿੱਚ ਇਹਨਾਂ ਲੋਕਾਂ ਦੀ ਦੇਖਭਾਲ ਕਰਨੀ ਪੈਂਦੀ ਸੀ, ਮੈਂ ਚੁੱਪਚਾਪ ਸਭ ਕੁਝ ਬਰਦਾਸ਼ਤ ਕਰਦੀ ਸੀ। ਕੁਝ ਮਹੀਨਿਆਂ ਬਾਅਦ ਮੇਰੇ ਘਰ ਧੀ ਨੇ ਜਨਮ ਲਿਆ ਅਤੇ ਜਦੋਂ ਮੇਰੀ ਧੀ ਦਾ ਜਨਮ ਹੋਇਆ ਤਾਂ ਮੇਰੀ ਸੱਸ ਨੇ ਮੈਨੂੰ ਬਹੁਤ ਸਾਰੀਆਂ ਗੱਲਾਂ ਸੁਣਾਈਆਂ ਕਿ ਤੁਹਾਡੇ ਪਤੀ ਕੋਲ ਪਹਿਲਾਂ ਹੀ ਕੁਝ ਨਹੀਂ ਹੈ ਅਤੇ ਉੱਪਰ ਤੋਂ ਤੁਸੀਂ ਧੀ ਨੂੰ ਜਨਮ ਦੇ ਦਿੱਤਾ ਹੈ। ਜੇ ਮੈਂ ਚਾਹੁੰਦੀ ਤਾਂ ਆਪਣੀ ਸੱਸ ਨੂੰ ਜਵਾਬ ਦੇ ਸਕਦੀ ਸੀ ਕਿ ਤੁਹਾਡੇ ਵੀ 3 ਜਵਾਨ ਧੀਆਂ ਹਨ। ਜੇ ਤੁਸੀਂ ਵੀ ਚਾਹੁੰਦੇ ਤਾਂ ਧੀਆਂ ਦੀ ਬਜਾਏ ਪੁੱਤਰਾਂ ਨੂੰ ਜਨਮ ਦੇ ਸਕਦੀ ਸੀ, ਪਰ ਮੈਂ ਆਪਣੇ ਪਤੀ ਦੇ ਕਾਰਨ ਹਮੇਸ਼ਾ ਚੁੱਪ ਰਹੀ। ਸਗੋਂ ਮੈਂ ਆਪਣੀ ਸੱਸ ਨੂੰ ਕਿਹਾ, ਮੈਂ ਬੜੇ ਪਿਆਰ ਨਾਲ ਸਮਝਾਇਆ ਕਿ ਧੀ ਜਾਂ ਪੁੱਤਰ ਪੈਦਾ ਕਰਨਾ ਮੇਰੇ ਵੱਸ ਵਿੱਚ ਨਹੀਂ ਹੈ। ਜੋ ਵੀ ਪਰਮਾਤਮਾ ਨੇ ਮੈਨੂੰ ਦਿੱਤਾ ਹੈ ਮੈਂ ਇਸ ਵਿੱਚ ਹੀ ਬਹੁਤ ਖੁਸ਼ ਹਾਂ। ਮੇਰੇ ਬੱਚੇ ਹਨ, ਇਹ ਮੇਰੇ ਲਈ ਸਭ ਤੋਂ ਵੱਡੀ ਗੱਲ ਹੈ। ਉੱਪਰ ਵਾਲੇ ਨੇ ਮੇਰੀ ਗੋਦੀ ਖਾਲੀ ਨਹੀਂ ਰੱਖੀ। ਮੇਰੀ ਧੀ ਨੇ ਜਨਮ ਤੋਂ ਬਾਅਦ ਮੇਰੀ ਸੱਸ ਨੇ ਮੇਰਾ ਜੀਣਾ ਔਖਾ ਕਰ ਦਿੱਤਾ ਸੀ। ਮੇਰੀ ਬੇਟੀ ਛੋਟੀ ਸੀ ਅਤੇ ਘਰ ਦਾ ਸਾਰਾ ਕੰਮ ਮੇਰੇ ਤੇ ਪਾ ਦਿੱਤਾ ਸੀ। ਪਹਿਲਾਂ ਮੇਰੀ ਸੱਸ ਆਪਣਾ ਕੋਈ ਨਾ ਕੋਈ ਕੰਮ ਆਪ ਕਰਦੀ ਸੀ, ਪਰ ਜਦੋਂ ਤੋਂ ਮੇਰੀ ਧੀ ਪੈਦਾ ਹੋਈ ਸੀ ਉਸ ਨੇ ਕਿਸੇ ਕੰਮ ਨੂੰ ਹੱਥ ਨਹੀਂ ਲਾਇਆ ਸੀ ਅਤੇ ਮੇਰੀ ਨਣਦ ਵੀ ਆਪਣੇ ਸਾਰੇ ਕੰਮ ਮੇਰੇ ਕੋਲੋਂ ਕਰਵਾਉਂਦੀਆਂ ਸੀ। ਮੇਰੀ ਧੀ ਨੂੰ ਕਦੇ ਕਿਸੇ ਨੇ ਗੋਦ ਵਿੱਚ ਵੀ ਨਹੀਂ ਲਿਆ ਸੀ ਤੇ ਨਾ ਹੀ ਕੋਈ ਉਸ ਦਾ ਖਿਆਲ ਰੱਖਦਾ ਸੀ। ਮੈਂ ਆਪਣੀ ਧੀ ਦੀ ਦੇਖਭਾਲ ਵੀ ਕਰਨੀ ਹੁੰਦੀ ਸੀ ਅਤੇ ਸਾਰੇ ਘਰ ਦੀ ਜ਼ਿੰਮੇਵਾਰੀ ਵੀ ਮੇਰੇ ਸਿਰ ਸੀ। ਜਦੋਂ ਮੇਰੀ ਧੀ 1 ਸਾਲ ਦੀ ਹੋ ਗਈ ਮੈਂ ਦੁਬਾਰਾ ਗਰਭਵਤੀ ਹੋ ਗਈ। ਮੈਂ ਆਪਣੀ ਸੱਸ ਨੂੰ ਇਹ ਦੱਸਣ ਤੋਂ ਬਹੁਤ ਡਰਦੀ ਸੀ ਅਤੇ ਮੈਂ ਆਪਣੇ ਪਤੀ ਨੂੰ ਵੀ ਕਿਹਾ ਸੀ ਕਿ ਉਹ ਆਪਣੀ ਮਾਂ ਨੂੰ ਅਜੇ ਨਾ ਦੱਸੇ। ਜਦੋਂ 6 ਮਹੀਨੇ ਬੀਤ ਗਏ ਅਤੇ ਇਹ ਗੱਲ ਛੁਪਾਉਣ ਵਾਲੀ ਨਹੀਂ ਸੀ, ਜਿਵੇਂ ਜਿਵੇਂ ਮੇਰਾ ਪੇਟ ਵੱਡਾ ਹੋ ਰਿਹਾ ਸੀ ਮੇਰੀ ਸੱਸ ਨੇ ਆਪ ਹੀ ਸਮਝ ਲਿਆ ਸੀ ਕਿ ਮੈਂ ਇੱਕ ਵਾਰ ਫਿਰ ਮਾਂ ਬਣਨ ਜਾ ਰਹੀ ਹਾਂ। ਇਸ ਵਾਰ ਜਦੋਂ ਮੇਰੀ ਸੱਸ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਘਰ ਵਿੱਚ ਇੱਕ ਤਮਾਸ਼ਾ ਬਣਾ ਦਿੱਤਾ ਅਤੇ ਕਿਹਾ ਕਿ ਸਾਡਾ ਘਰ ਬਹੁਤ ਛੋਟਾ ਹੈ ਅਤੇ ਤੁਸੀਂ ਲੋਕ ਬੱਚੇ ਦੇ ਬਾਅਦ ਬੱਚੇ ਪੈਦਾ ਕਰ ਰਹੇ ਹੋ। ਮੈਂ ਜਾਣਦੀ ਹਾਂ ਕਿ ਤੁਹਾਡੀਆਂ ਨਜ਼ਰਾਂ ਇਸ ਘਰ ਉੱਤੇ ਹਨ। ਮੇਰੀਆਂ ਧੀਆਂ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ ਤੇ ਇੱਕ ਦਿਨ ਤੂੰ ਇਹ ਘਰ ਆਪਣੇ ਨਾਂ ਕਰ ਲਵੇਂਗੀ ਤੇ ਸਾਨੂੰ ਇਸ ਘਰੋਂ ਕੱਢ ਦੇਵੇਂਗੀ। ਮੇਰਾ ਪਤੀ ਖੁਦ ਮੇਰੀ ਸੱਸ ਦੀਆਂ ਇਹ ਸਾਰੀਆਂ ਗੱਲਾਂ ਸੁਣ ਰਿਹਾ ਸੀ ਅਤੇ ਉਸਨੇ ਆਪਣੀ ਮਾਂ ਨੂੰ ਕਿਹਾ ਕਿ ਅਸੀਂ ਕੁਝ ਦਿਨਾਂ ਵਿੱਚ ਇੱਥੋਂ ਚਲੇ ਜਾਵਾਂਗੇ, ਚਿੰਤਾ ਨਾ ਕਰੋ। ਮੈਂ ਤੁਹਾਨੂੰ ਪਹਿਲਾਂ ਕਦੇ ਦੁਖੀ ਨਹੀਂ ਕੀਤਾ। ਜੋ ਹੁਣ ਮੈਂ ਤੁਹਾਨੂੰ ਅਤੇ ਮੇਰੀਆਂ ਭੈਣਾਂ ਨੂੰ ਇਸ ਘਰ ਤੋਂ ਬਾਹਰ ਕੱਢਾਂਗਾ। ਮੈਂ ਕਦੇ ਤੁਹਾਡੇ ਨਾਲ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕੀਤੀ ਅਤੇ ਮੈਂ ਤੁਹਾਨੂੰ
ਤੁਹਾਨੂੰ ਇਸ ਘਰ ਤੋਂ ਕਿਵੇਂ ਕੱਢ ਸਕਦਾ ਹਾਂ। ਇਹ ਘਰ ਮੇਰੇ ਪਿਤਾ ਜੀ ਦਾ ਹੈ ਅਤੇ ਜਿੰਨਾ ਮੇਰਾ ਹਿੱਸਾ ਹੈ ਓਨਾ ਹੀ ਮੇਰੀਆਂ ਭੈਣਾਂ ਦਾ ਵੀ ਇਸ ਘਰ ਵਿੱਚ ਬਰਾਬਰ ਦਾ ਹਿੱਸਾ ਹੈ। ਮੈਂ ਵੀ ਤੁਹਾਨੂੰ ਆਪਣਾ ਹਿੱਸਾ ਦੇ ਦਿੰਦਾ ਹਾਂ ਅਤੇ ਮੈਂ ਸਦਾ ਲਈ ਇੱਥੋਂ ਚਲਾ ਜਾਵਾਂਗਾ। ਮੈਨੂੰ 2-3 ਦਿਨਾਂ ਦਾ ਸਮਾਂ ਦਿਓ, ਮੈਂ ਕੁਝ ਪ੍ਰਬੰਧ ਕਰਨੇ ਹੈ। ਕੁਝ ਦਿਨਾਂ ਬਾਅਦ ਮੇਰੇ ਪਤੀ ਨੇ ਮੈਨੂੰ ਆਪਣਾ ਸਮਾਨ ਪੈਕ ਕਰਨ ਲਈ ਕਿਹਾ। ਅਸੀਂ ਅੱਜ ਹੀ ਦਿੱਲੀ ਸ਼ਿਫਟ ਹੋ ਰਹੇ ਹਾਂ। ਮੈਨੂੰ ਉੱਥੇ ਇੱਕ ਫੈਕਟਰੀ ਵਿੱਚ ਨੌਕਰੀ ਮਿਲ ਗਈ ਹੈ ਅਤੇ ਹੁਣ ਅਸੀਂ ਉੱਥੇ ਹੀ ਰਹਾਂਗੇ। ਮੈਂ ਕਿਰਾਏ 'ਤੇ ਮਕਾਨ ਦਾ ਪ੍ਰਬੰਧ ਵੀ ਕਰ ਲਿਆ ਹੈ ਅਤੇ ਫਿਰ ਅਗਲੀ ਸਵੇਰ ਮੇਰੇ ਪਤੀ ਮੈਨੂੰ ਆਪਣੇ ਨਾਲ ਦਿੱਲੀ ਲੈ ਗਏ। ਉਸਨੇ ਦਿੱਲੀ ਵਿੱਚ ਇੱਕ ਛੋਟਾ ਜਿਹਾ ਘਰ ਕਿਰਾਏ 'ਤੇ ਲੈ ਲਿਆ ਅਤੇ ਅਸੀਂ ਉੱਥੇ ਰਹਿਣ ਲੱਗ ਪਏ, ਜਿੱਥੇ ਸਾਡੇ ਕੋਲ ਇੱਕ ਕਮਰਾ ਅਤੇ ਇੱਕ ਛੋਟੀ ਜਿਹੀ ਰਸੋਈ ਸੀ ਅਤੇ ਇੱਕ ਛੋਟਾ ਜਿਹਾ ਬਾਥਰੂਮ ਸੀ। ਇਹ ਘਰ ਬੇਸ਼ੱਕ ਛੋਟਾ ਸੀ ਪਰ ਇੱਥੇ ਬਹੁਤ ਸ਼ਾਂਤੀ ਸੀ। ਮੇਰੇ ਪਤੀ ਦਿਨ ਵੇਲੇ ਫੈਕਟਰੀ ਜਾਂਦੇ ਸਨ ਅਤੇ ਮੈਂ ਸਾਰਾ ਦਿਨ ਘਰ ਵਿੱਚ ਸਿਲਾਈ ਦਾ ਕੰਮ ਕਰਦੀ ਸੀ, ਕਿਉਂਕਿ ਇੱਥੇ ਆਉਣ ਤੋਂ ਬਾਅਦ ਮੇਰੇ ਘਰ ਦਾ ਕੰਮ ਕੁਝ ਘਟ ਗਏ ਸਨ। ਮੈਂ ਆਪਣੀ ਧੀ ਦੀ ਚੰਗੀ ਤਰ੍ਹਾਂ ਦੇਖਭਾਲ ਕਰਦੀ ਸੀ ਅਤੇ ਮੇਰੇ ਕੋਲ ਬਹੁਤ ਸਾਰਾ ਖਾਲੀ ਸਮਾਂ ਵੀ ਹੁੰਦਾ ਸੀ, ਇਸ ਲਈ ਮੈਂ ਖਾਲੀ ਸਮੇਂ ਵਿੱਚ ਸਿਲਾਈ ਦਾ ਕੰਮ ਕਰਦੀ ਸੀ। ਇਸ ਤਰ੍ਹਾਂ ਅਸੀਂ ਬਹੁਤ ਵਧੀਆ ਰਹਿਣ ਲੱਗ ਪਏ। ਕੁਝ ਮਹੀਨਿਆਂ ਬਾਅਦ ਮੇਰੇ ਘਰ ਇੱਕ ਹੋਰ ਧੀ ਨੇ ਜਨਮ ਲਿਆ। ਹੁਣ ਮੇਰੀਆਂ 2 ਧੀਆਂ ਸਨ ਜੋ ਕਿ ਬਹੁਤ ਸੋਹਣੀਆਂ ਸਨ। ਮੇਰੇ ਪਤੀ ਨੇ ਮੈਨੂੰ ਖੁਸ਼ੀ ਨਾਲ ਕਿਹਾ, ਇਹ ਧੀ ਸਾਡੇ ਲਈ ਖੁਸ਼ੀ ਬਣ ਕੇ ਆਈ ਹੈ ਅਤੇ ਇਸ ਦੇ ਆਉਣ ਤੋਂ ਬਾਅਦ ਸਾਡੇ ਸਾਰੇ ਦੁੱਖ ਖਤਮ ਹੋ ਜਾਣਗੇ। ਮੇਰੇ ਪਤੀ ਦੀਆਂ ਗੱਲਾਂ ਸੱਚ ਸਾਬਤ ਹੋਈਆਂ। ਮੇਰੀ ਛੋਟੀ ਧੀ ਦੇ ਜਨਮ ਤੋਂ ਬਾਅਦ ਮੇਰੇ ਪਤੀ ਨੂੰ ਬਹੁਤ ਵਧੀਆ ਨੌਕਰੀ ਮਿਲ ਗਈ। ਇਸ ਤੋਂ ਬਾਅਦ ਅਸੀਂ ਬਹੁਤ ਖੁਸ਼ੀ ਨਾਲ ਜੀਵਨ ਬਤੀਤ ਕਰਨ ਲੱਗੇ। ਹੁਣ ਸਾਡੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ। ਸਾਡਾ ਖਾਣ ਪੀਣ ਵੀ ਬਹੁਤ ਵਧੀਆ ਸੀ ਅਤੇ ਸਾਡੇ ਕੋਲ ਜ਼ਿੰਦਗੀ ਜਿਉਣ ਲਈ ਉਹ ਸਾਰੀਆਂ ਸੁੱਖ ਸਹੂਲਤਾਂ ਸਨ ਜੋ ਹਰ ਮਨੁੱਖ ਕੋਲ ਹੋਣੀਆਂ ਚਾਹੀਦੀਆਂ ਸਨ। ਹੁਣ ਮੈਂ ਕੱਪੜੇ ਸਿਲਾਈ ਕਰਨਾ ਵੀ ਛੱਡ ਦਿੱਤਾ ਸੀ। ਮੈਂ ਸਾਰਾ ਦਿਨ ਆਪਣੀਆਂ ਧੀਆਂ ਨਾਲ ਗੁਜ਼ਾਰਦੀ ਸੀ। ਜਦੋਂ ਮੇਰੀਆਂ ਦੋਵੇਂ ਧੀਆਂ ਵੱਡੀਆਂ ਹੋਈਆਂ ਤਾਂ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਦਿੱਲੀ ਦੇ ਇੱਕ ਬਹੁਤ ਹੀ ਚੰਗੇ ਸਕੂਲ ਵਿੱਚ ਦਾਖਲਾ ਦਿਵਾਇਆ, ਜਿੱਥੇ ਬੱਚਿਆਂ ਨੂੰ ਬਹੁਤ ਵਧੀਆ ਸਿੱਖਿਆ ਦਿੱਤੀ ਜਾਂਦੀ ਸੀ। ਮੈਂ ਖੁਦ ਆਪਣੀਆਂ ਧੀਆਂ ਦੀ ਪੜ੍ਹਾਈ ਵਿੱਚ ਬਹੁਤ ਧਿਆਨ ਦਿੰਦੀ ਸੀ, ਕਿਉਂਕਿ ਮੈਂ ਆਪਣੀਆਂ ਦੋਵੇਂ ਧੀਆਂ ਨੂੰ ਪੜ੍ਹਾ ਲਿਖਾ ਕੇ ਕਿਸੇ ਕਾਬਲ ਬਣਾਉਣਾ ਚਾਹੁੰਦੀ ਸੀ ਤਾਂ ਜੋ ਉਹ ਆਪਣੇ ਪਿਤਾ ਜੀ ਦਾ ਨਾਮ ਰੋਸ਼ਨ ਕਰ ਸਕਣ ਅਤੇ ਦੇਸ਼ ਲਈ ਕੁਝ ਕਰ ਸਕਣ। ਉਹਨਾਂ ਦੇ ਪਿਤਾ ਜੀ ਦੀ ਜਾਨ ਮੇਰੀਆਂ ਧੀਆਂ ਵਿੱਚ ਵਸਦੀ ਸੀ। ਉਹ ਆਪਣੇ ਪਿਤਾ ਜੀ ਨੂੰ ਬਹੁਤ ਪਿਆਰ ਕਰਦੀਆਂ ਸੀ। ਮੇਰੇ ਪਤੀ ਵੀ ਆਪਣੀਆਂ ਦੋਵੇਂ ਧੀਆਂ ਨੂੰ ਬਹੁਤ ਪਿਆਰ ਕਰਦੇ ਸੀ ਅਤੇ ਉਹ ਕਹਿੰਦੇ ਸੀ ਕਿ ਮੇਰੀਆਂ ਧੀਆਂ ਮੈਨੂੰ ਬਹੁਤ ਪਿਆਰੀਆਂ ਹਨ। ਉਹਨਾਂ ਦੇ ਆਉਣ ਤੋਂ ਬਾਅਦ ਹੀ ਮੈਂ ਆਪਣੀ ਜ਼ਿੰਦਗੀ ਵਿੱਚ ਖੁਸ਼ੀ ਦੇਖੀ ਹੈ। ਮੇਰੇ ਪਤੀ ਕੰਮ ਤੇ ਜਾਣ ਵੇਲੇ ਸਾਡੀਆਂ ਧੀਆਂ ਨੂੰ ਰੋਜ਼ ਸਕੂਲ ਛੱਡਦੇ ਸੀ ਅਤੇ ਵਾਪਸ ਆਉਣ ਤੇ ਉਹਨਾਂ ਨੂੰ ਆਪਣੇ ਨਾਲ ਲੈ ਆਉਂਦੇ ਸੀ। ਉਹ ਆਪਣੀਆਂ ਧੀਆਂ ਨੂੰ ਵੀਕਐਂਡ ਤੇ ਸੈਰ ਕਰਨ ਲਈ ਲੈ ਜਾਂਦੇ ਸੀ ਅਤੇ ਉਹਨਾਂ ਦੀਆਂ ਖੁਸ਼ੀਆਂ ਦਾ ਬਹੁਤ ਖਿਆਲ ਰੱਖਦੇ ਸੀ। ਮੇਰੇ ਪਤੀ ਮੇਰੀ ਅਤੇ ਮੇਰੀਆਂ ਧੀਆਂ ਦੀ ਹਰ ਇੱਛਾ ਪੂਰੀ ਕਰਦੇ ਸੀ, ਕਿਉਂਕਿ ਮੈਂ ਆਪਣੇ ਮਾਤਾ ਪਿਤਾ ਦੇ ਘਰ ਕਦੇ ਖੁਸ਼ੀ ਨਹੀਂ ਦੇਖੀ ਸੀ। ਅੰਤ ਦੀ ਗਰੀਬੀ ਵਾਲਾ ਜੀਵਨ ਬਤੀਤ ਕੀਤਾ ਸੀ। ਮੈਂ ਅਜਿਹੀ ਜ਼ਿੰਦਗੀ ਜਿਉਣ ਦਾ ਸੁਪਨਾ ਦੇਖਿਆ ਸੀ ਜੋ ਹੁਣ ਪੂਰਾ ਹੋ ਰਿਹਾ ਸੀ ਅਤੇ ਮੈਂ ਬਹੁਤ ਖੁਸ਼ ਸੀ। ਸਾਨੂੰ ਦਿੱਲੀ ਸ਼ਿਫਟ ਹੋਏ 12 ਸਾਲ ਬੀਤ ਗਏ ਸਨ ਅਤੇ ਇਹਨਾਂ 12 ਸਾਲਾਂ ਵਿੱਚ ਨਾ ਤਾਂ ਮੇਰੀ ਸੱਸ ਅਤੇ ਨਾ ਹੀ ਮੇਰੀਆਂ ਨਣਦਾਂ ਨੇ ਸਾਡੀ ਖਬਰ ਲਈ ਸੀ। ਨਾ ਉਹ ਸਾਡੇ ਕੋਲ ਆਈਆਂ ਅਤੇ ਨਾ ਹੀ ਅਸੀਂ ਉਹਨਾਂ ਦੇ ਘਰ ਵਾਪਸ ਗਏ। ਮੇਰੇ ਪਤੀ ਮੈਨੂੰ ਹਮੇਸ਼ਾ ਕਹਿੰਦੇ ਸੀ ਕਿ ਮੇਰੀ ਮਾਂ ਹਮੇਸ਼ਾ ਡਰਦੀ ਰਹਿੰਦੀ ਹੈ ਕਿ ਜੇਕਰ ਮੈਂ ਉਹਨਾਂ ਦੇ ਘਰ ਜਾਵਾਂਗਾ ਤਾਂ ਉਹਨਾਂ ਤੋਂ ਹਿੱਸਾ ਲੈ ਲਵਾਂਗਾ। ਜੇ ਮੇਰੀ ਮਾਂ ਨੇ ਮੈਨੂੰ ਆਪਣਾ ਪੁੱਤਰ ਸਮਝਿਆ ਹੁੰਦਾ ਤਾਂ ਉਹ ਮੈਨੂੰ ਕਦੇ ਵੀ ਘਰ ਛੱਡਣ ਲਈ ਨਾ ਕਹਿੰਦੀ। ਜਿਵੇਂ ਮੈਂ ਆਪਣੀਆਂ ਧੀਆਂ ਦਾ ਖਿਆਲ ਰੱਖਦਾ ਹਾਂ ਉਸੇ ਤਰ੍ਹਾਂ ਹੀ ਮੈਂ ਆਪਣੀਆਂ ਭੈਣਾਂ ਦਾ ਖਿਆਲ ਰੱਖਣਾ ਚਾਹੁੰਦਾ ਸੀ, ਪਰ ਮੇਰੀ ਮਾਂ ਨੇ ਕਦੇ ਵੀ ਮੇਰੇ ਤੋਂ ਵਧੀਆ ਦੀ ਉਮੀਦ ਨਹੀਂ ਕੀਤੀ। ਇਸੇ ਲਈ ਅੱਜ ਮੈਂ ਉਹਨਾਂ ਤੋਂ ਦੂਰ ਹਾਂ। ਮੈਂ ਕਦੇ ਨਹੀਂ ਚਾਹੁੰਦਾ ਕਿ ਮੇਰੀ ਮਾਂ ਨੂੰ ਮੇਰੇ ਤੋਂ ਥੋੜੀ ਜਿਹੀ ਵੀ ਠੇਸ ਪਹੁੰਚੇ ਅਤੇ ਮੈਂ ਕਦੀ ਨਹੀਂ ਚਾਹੁੰਦਾ ਕਿ ਮੇਰੀ ਮਾਂ ਮੇਰੇ ਕਾਰਨ ਪਰੇਸ਼ਾਨ ਹੋਵੇ। ਇਹਨਾਂ 12 ਸਾਲਾਂ ਵਿੱਚ ਮੇਰੇ ਪਤੀ ਨੇ ਕਦੇ ਘਰ ਜਾਣ ਬਾਰੇ ਨਹੀਂ ਸੋਚਿਆ। ਅਸੀਂ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸੀ। ਮੇਰੇ ਪਤੀ ਨੇ ਹੁਣ ਘਰ ਖਰੀਦ ਲਿਆ ਸੀ ਅਤੇ ਹੁਣ ਉਹ ਸਾਡਾ ਆਪਣਾ ਘਰ ਸੀ। ਮੇਰੀਆਂ ਦੋਵੇਂ ਧੀਆਂ ਹੁਣ ਜਵਾਨ ਹੋ ਚੁੱਕੀਆਂ ਸਨ ਅਤੇ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਲਈ ਕਾਫੀ ਪੈਸਾ ਬਚਾ ਲਿਆ ਸੀ।
ਮੇਰੇ ਪਤੀ ਹਮੇਸ਼ਾ ਮੈਨੂੰ ਕਹਿੰਦੇ ਸਨ ਕਿ ਸਾਡੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ। ਮੈਂ ਨਹੀਂ ਚਾਹੁੰਦਾ ਕਿ ਕੱਲ੍ਹ ਨੂੰ ਮੇਰੀਆਂ ਧੀਆਂ ਵੀ ਇਹੋ ਜਿਹੀ ਮੁਸ਼ਕਲਾਂ ਦਾ ਸਾਹਮਣਾ ਕਰਨ ਜਿਨ੍ਹਾਂ ਮੁਸ਼ਕਲਾਂ ਵਿੱਚੋਂ ਮੈਂ ਲੰਘਿਆ ਹਾਂ। ਮੈਂ ਆਪਣੀਆਂ ਧੀਆਂ ਦੇ ਭਵਿੱਖ ਨੂੰ ਆਸਾਨ ਬਣਾਉਣਾ ਚਾਹੁੰਦਾ ਹਾਂ ਤਾਂ ਜੋ ਉਹ ਸਾਡੇ ਤੋਂ ਬਾਅਦ ਖੁਸ਼ਹਾਲ ਜੀਵਨ ਬਤੀਤ ਕਰ ਸਕਣ। ਮੈਂ ਚਾਹੁੰਦਾ ਹਾਂ ਕਿ ਮੇਰੀਆਂ ਧੀਆਂ ਦਾ ਭਵਿੱਖ ਇੰਨਾ ਵਧੀਆ ਹੋਵੇ ਕਿ ਉਹ ਕਿਸੇ ਦੇ ਅੱਗੇ ਹੱਥ ਨਾ ਕਰਨ। ਇੱਕ ਦਿਨ ਅਸੀਂ ਬੈਠੇ ਟੀਵੀ ਦੇਖ ਰਹੇ ਸੀ ਜਦੋਂ ਮੇਰੀ ਛੋਟੀ ਧੀ ਨੇ ਨਿਊਜ਼ ਚੈਨਲ ਚਾਲੂ ਕੀਤਾ। ਪਤਾ ਲੱਗਾ ਕਿ ਸ਼ਹਿਰ ਦੀ ਇੱਕ ਇਮਾਰਤ ਨੂੰ ਬੁਰੀ ਤਰ੍ਹਾਂ ਨਾਲ ਅੱਗ ਲੱਗ ਗਈ ਸੀ ਅਤੇ ਕਈ ਲੋਕ ਝੁਲਸ ਗਏ ਸੀ। ਪਰ ਅਸੀਂ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਜਿਸ ਇਮਾਰਤ ਨੂੰ ਅੱਗ ਲੱਗੀ ਹੋਈ ਸੀ ਮੇਰੇ ਪਤੀ ਵੀ ਉਸੇ ਇਮਾਰਤ ਵਿੱਚ ਕੰਮ ਕਰਦੇ ਸਨ। ਅੱਗ ਲੱਗਣ ਕਾਰਨ ਮੇਰਾ ਪਤੀ ਵੀ ਇਸੇ ਅੱਗ ਦੀ ਲਪੇਟ 'ਚ ਆ ਗਿਆ ਸੀ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਇਹ ਖਬਰ ਸੁਣ ਕੇ ਮੈਂ ਪੂਰੀ ਤਰ੍ਹਾਂ ਹੈਰਾਨ ਰਹਿ ਗਈ। ਮੈਨੂੰ ਬਿਲਕੁਲ ਵੀ ਹੋਸ਼ ਨਹੀਂ ਸੀ। ਇਹ ਖਬਰ ਮੇਰੇ ਲਈ ਬਹੁਤ ਖਤਰਨਾਕ ਸਾਬਤ ਹੋਈ। ਮੇਰੇ ਪਤੀ ਨੇ ਮੈਨੂੰ ਇਸ ਦੁਨੀਆ ਵਿੱਚ ਇਕੱਲਾ ਛੱਡ ਦਿੱਤਾ ਸੀ ਅਤੇ ਮੇਰੀਆਂ ਦੋਵੇਂ ਧੀਆਂ ਨੂੰ ਅਨਾਥ ਕਰ ਦਿੱਤਾ ਸੀ। ਹੁਣ ਮੈਨੂੰ ਆਪਣੇ ਨਾਲੋਂ ਆਪਣੀਆਂ ਧੀਆਂ ਦੀ ਜ਼ਿਆਦਾ ਚਿੰਤਾ ਸੀ ਜੋ ਵੱਡੀਆਂ ਹੋ ਚੁੱਕੀਆਂ ਸੀ। ਮੈਂ ਕਿਸੇ ਤਰ੍ਹਾਂ ਆਪਣੇ ਆਪ ਤੇ ਕਾਬੂ ਪਾਇਆ ਕਿਉਂਕਿ ਮੈਨੂੰ ਪਤਾ ਸੀ ਕਿ ਹੁਣ ਮੈਨੂੰ ਆਪਣੀਆਂ ਧੀਆਂ ਦੀ ਦੇਖਭਾਲ ਕਰਨੀ ਪਵੇਗੀ। ਮੈਂ ਨਹੀਂ ਚਾਹੁੰਦੀ ਸੀ ਕਿ ਮੇਰੀ ਹਿੰਮਤ ਹਾਰਨ ਕਾਰਨ ਮੇਰੀਆਂ ਧੀਆਂ ਕਮਜ਼ੋਰ ਹੋ ਜਾਣ। ਮੈਂ ਆਪਣੀਆਂ ਧੀਆਂ ਨੂੰ ਪੜ੍ਹਾਉਣਾ ਚਾਹੁੰਦੀ ਸੀ ਅਤੇ ਮੈਂ ਉਹਨਾਂ ਨੂੰ ਕੁਝ ਬਣਾਉਣਾ ਚਾਹੁੰਦੀ ਸੀ। ਜੇ ਮੈਂ ਹਿੰਮਤ ਹਾਰ ਦਿੰਦੀ ਤਾਂ ਉਹ ਜ਼ਿੰਦਗੀ ਵਿੱਚ ਕਦੇ ਵੀ ਅੱਗੇ ਨਹੀਂ ਵੱਧ ਸਕਦੀਆਂ ਸੀ ਅਤੇ ਮੈਂ ਇਹ ਬਿਲਕੁਲ ਨਹੀਂ ਚਾਹੁੰਦੀ ਸੀ। ਹਰ ਮਨੁੱਖ ਨੇ ਇੱਕ ਨਾ ਇੱਕ ਦਿਨ ਮਰਨਾ ਹੀ ਹੁੰਦਾ ਹੈ। ਇਸੇ ਲਈ ਮੈਂ ਆਪਣੇ ਪਤੀ ਦੀ ਮੌਤ ਦਾ ਵੀ ਸਬਰ ਕਰ ਲਿਆ ਸੀ। ਮੇਰੇ ਦਿਲ ਵਿੱਚ ਬਹੁਤ ਉਦਾਸੀ ਸੀ ਕਿਉਂਕਿ ਉਹ ਇਕੱਲੇ ਹੀ ਸਾਡੇ ਜੀਣ ਦਾ ਇੱਕੋ ਇੱਕ ਸਹਾਰਾ ਸੀ। ਇਮਾਰਤ ਵਿੱਚ ਅੱਗ ਲੱਗਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਸੀ। ਉਹਨਾਂ ਲੋਕਾਂ ਲਈ ਸਰਕਾਰ ਵੱਲੋਂ ਉਹਨਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਸਹਾਇਤਾ ਵਜੋਂ ਦਿੱਤੇ ਗਏ ਸਨ। ਮੇਰੇ ਪਤੀ ਦੀ ਵੀ ਉਸੇ ਹਾਦਸੇ ਵਿੱਚ ਮੌਤ ਹੋ ਗਈ ਸੀ। ਸਾਨੂੰ ਵੀ ਉਹ ਪੈਸੇ ਮਿਲ ਗਏ ਸਨ ਪਰ ਮੈਂ ਉਹ ਸਾਰਾ ਪੈਸਾ ਆਪਣੀਆਂ ਧੀਆਂ ਲਈ ਬੈਂਕ ਵਿੱਚ ਜਮ੍ਹਾਂ ਕਰਵਾ ਦਿੱਤਾ ਸੀ। ਮੇਰੀ ਸੱਸ ਅਤੇ ਮੇਰੇ ਪਤੀ ਦੀਆਂ ਭੈਣਾਂ ਜੋ ਉਸ ਦੀ ਮੌਤ ਦੀ ਖਬਰ ਸੁਣ ਕੇ ਵੀ ਨਹੀਂ ਆਈਆਂ ਸਨ ਅਤੇ ਪੈਸੇ ਮਿਲਣ ਦੀ ਖਬਰ ਸੁਣ ਕੇ ਉਹ ਭੱਜ ਕੇ ਸਾਡੇ ਵੱਲ ਆਈਆਂ। ਮੇਰੀ ਵੱਡੀ ਨਣਦ ਜੋ ਵਿਆਹੀ ਹੋਈ ਸੀ ਉਸ ਦੇ ਪਤੀ ਨੂੰ ਮੇਰੀ ਸੱਸ ਨੇ ਘਰ ਜਮਾਈ ਬਣਾ ਲਿਆ ਸੀ। ਹੁਣ ਉਹ ਸਾਰੇ ਲੋਕ ਸਾਡੇ ਕੋਲ ਆ ਗਏ ਸਨ। ਮੇਰੀ ਸੱਸ ਮੇਰੇ ਤੇ ਮੇਰੀਆਂ ਧੀਆਂ ਤੇ ਬਹੁਤ ਪਿਆਰ ਦੀ ਵਰਖਾ ਕਰ ਰਹੀ ਸੀ। ਉਸ ਸਮੇਂ ਮੈਨੂੰ ਆਪਣੀ ਸੱਸ ਬਿਲਕੁਲ ਵੀ ਪਸੰਦ ਨਹੀਂ ਸੀ। ਉਸ ਦੇ ਇਹ ਪਿਆਰ ਭਰੇ ਬੋਲ ਮੈਨੂੰ ਜ਼ਹਿਰ ਵਾਂਗ ਕੌੜੇ ਲੱਗਦੇ ਸਨ। ਉਸਨੇ ਕਦੇ ਮੇਰੇ ਨਾਲ ਪਿਆਰ ਨਾਲ ਗੱਲ ਵੀ ਨਹੀਂ ਕੀਤੀ ਸੀ ਅਤੇ ਹੁਣ ਉਹ ਮੈਨੂੰ ਧੀ ਬੇਟੀ ਕਹਿ ਰਹੀ ਸੀ। ਮੇਰੀ ਸੱਸ ਬਹੁਤ ਲਾਲਚੀ ਔਰਤ ਸੀ। ਮੈਨੂੰ ਆਪਣੀ ਸੱਸ ਨਾਲ ਬਹੁਤ ਨਫ਼ਰਤ ਸੀ। ਮੈਂ ਉਸ ਦੇ ਦਿਲ ਵਿਚਲੇ ਸਾਰੇ ਲਾਲਚ ਨੂੰ ਸਮਝ ਚੁੱਕੀ ਸੀ ਪਰ ਹੁਣ ਮੈਂ ਉਸ ਦੀਆਂ ਗੱਲਾਂ ਵਿੱਚ ਨਹੀਂ ਆਉਣ ਵਾਲੀ ਸੀ। ਉਸ ਦਾ ਪੁੱਤਰ ਜੋ ਉਸ ਦੀ ਹਰ ਗੱਲ ਤੇ ਵਿਸ਼ਵਾਸ ਕਰਦਾ ਸੀ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਸੀ। ਮੈਂ ਉਹਨਾਂ ਨੂੰ ਮਾਫ ਕਰ ਦਿੱਤਾ ਸੀ ਕਿ ਤੁਸੀਂ ਲੋਕਾਂ ਨੇ ਜੇ ਸਾਡੇ ਨਾਲ ਰਹਿਣਾ ਹੈ ਤੁਸੀਂ ਰਹਿ ਸਕਦੇ ਹੋ ਪਰ ਮੇਰੇ ਤੋਂ ਕੋਈ ਉਮੀਦ ਨਾ ਰੱਖੋ। ਮੇਰੇ ਪਤੀ ਦੀ ਮੌਤ ਤੇ ਸਾਨੂੰ ਜੋ ਵੀ ਪੈਸਾ ਮਿਲਿਆ ਹੈ ਮੈਂ ਆਪਣੀਆਂ ਧੀਆਂ ਲਈ ਜਮ੍ਹਾਂ ਕਰਵਾ ਦਿੱਤਾ ਹੈ। ਜੇਕਰ ਤੁਸੀਂ ਲੋਕ ਇਸ ਭੁਲੇਖੇ ਵਿੱਚ ਮੇਰੇ ਘਰ ਠਹਿਰ ਰਹੇ ਹੋ ਕਿ ਮੈਂ ਤੁਹਾਨੂੰ ਪੈਸੇ ਵਿੱਚੋਂ ਹਿੱਸਾ ਦੇ ਦੇਵਾਂਗੀ ਤਾਂ ਇਹ ਤੁਹਾਡੀ ਬਹੁਤ ਗਲਤ ਫਹਿਮੀ ਹੈ। ਤੁਸੀਂ ਲੋਕ ਇੱਥੋਂ ਖੁਸ਼ੀ ਨਾਲ ਜਾ ਸਕਦੇ ਹੋ। ਇਹ ਸੁਣ ਕੇ ਮੇਰੀ ਸੱਸ ਨੇ ਮੇਰੇ ਅਤੇ ਮੇਰੀਆਂ ਧੀਆਂ ਨਾਲੋਂ ਸੰਬੰਧ ਹਮੇਸ਼ਾ ਲਈ ਖਤਮ ਕਰ ਦਿੱਤੇ ਅਤੇ ਫਿਰ ਉੱਥੋਂ ਚਲੀ ਗਈ। ਮੇਰੀਆਂ ਧੀਆਂ ਜੋ ਆਪਣੇ ਪਿਤਾ ਜੀ ਨੂੰ ਬਹੁਤ ਪਿਆਰ ਕਰਦੀਆਂ ਸਨ ਆਪਣੇ ਪਿਤਾ ਜੀ ਤੋਂ ਬਿਨਾਂ ਬਿਲਕੁਲ ਨਹੀਂ ਰਹਿ ਸਕਦੀਆਂ ਸਨ। ਉਸ ਦੀ ਮੌਤ ਤੋਂ ਬਾਅਦ ਮੇਰੀਆਂ ਧੀਆਂ ਬਹੁਤ ਦੁਖੀ ਰਹਿਣ ਲੱਗੀਆਂ। ਉਹ ਦੋਵੇਂ ਭੈਣਾਂ ਆਪਣੇ ਪਿਤਾ ਜੀ ਬਾਰੇ ਗੱਲਾਂ ਕਰਕੇ ਬਹੁਤ ਰੋਂਦੀਆਂ ਸਨ ਅਤੇ ਜਦੋਂ ਵੀ ਉਹ ਮੈਨੂੰ ਦੇਖਦੀਆਂ ਸਨ ਇੱਕਦਮ ਚੁੱਪ ਹੋ ਜਾਂਦੀਆਂ ਸਨ। ਮੈਂ ਉਸ ਦੀ ਮਾਂ ਸੀ। ਮੈਂ ਉਸ ਦੇ ਦਿਲ ਦੀ ਹਰ ਗੱਲ ਸਮਝ ਸਕਦੀ ਸੀ। ਉਹ ਨਹੀਂ ਚਾਹੁੰਦੀਆਂ ਸੀ ਕਿ ਮੈਨੂੰ ਇਹ ਅਹਿਸਾਸ ਹੋਵੇ ਕਿ ਉਹ ਦੋਵੇਂ ਕਿੰਨੀਆਂ ਉਦਾਸ ਸਨ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਜੇਕਰ ਉਹ ਦੋਵੇਂ ਰੋਈਆਂ ਤਾਂ ਉਹਨਾਂ ਦੀ ਮਾਂ ਦੀ ਹਾਲਤ ਹੋਰ ਵਿਗੜ ਜਾਵੇਗੀ ਅਤੇ ਮੈਂ ਹੁਣ ਉਹਨਾਂ ਦੇ ਜੀਣ ਦਾ ਇੱਕੋ ਇੱਕ ਸਹਾਰਾ ਸੀ। ਪਰ ਇਹਨਾਂ ਦੇ ਪਿਤਾ ਜੀ ਦੀ ਮੌਤ ਤੋਂ ਬਾਅਦ ਮੈਨੂੰ ਲੱਗ ਰਿਹਾ ਸੀ ਕਿ ਮੇਰੀਆਂ ਧੀਆਂ ਦੀ ਹਾਲਤ ਠੀਕ ਨਹੀਂ ਹੈ। ਉਹ ਰਾਤ ਨੂੰ ਮੇਰੇ ਕਮਰੇ ਵਿੱਚ ਮੇਰੇ ਨਾਲ ਸੌਂਦੀਆਂ ਸੀ ਅਤੇ ਬਹੁਤ ਡਰਦੀਆਂ ਸੀ। ਕਈ ਵਾਰ ਰਾਤ ਨੂੰ ਉਹ ਨੀਂਦ ਤੋਂ
ਚੀਕਾਂ ਮਾਰ ਕੇ ਜਾਗਦੀਆਂ ਸੀ ਅਤੇ ਜਾਗਦੀਆਂ ਹੀ ਰੋਣ ਲੱਗ ਜਾਂਦੀਆਂ ਸੀ। ਮੈਂ ਉਸ ਨੂੰ ਸਮਝਾਉਣ ਅਤੇ ਸੌਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਪਰੇਸ਼ਾਨ ਹੋ ਜਾਂਦੀ ਅਤੇ ਮੈਨੂੰ ਲੱਗਾ ਕਿ ਉਹ ਆਪਣੇ ਪਿਤਾ ਦੀ ਮੌਤ ਨੂੰ ਨਹੀਂ ਭੁੱਲ ਸਕਦੀਆਂ, ਕਿਉਂਕਿ ਮੇਰੀਆਂ ਧੀਆਂ ਨੇ ਅਜਿਹਾ ਦੁੱਖ ਪਹਿਲਾਂ ਕਦੇ ਨਹੀਂ ਦੇਖਿਆ ਸੀ ਅਤੇ ਜਿਸ ਹਾਦਸੇ ਵਿੱਚ ਉਹਨਾਂ ਦੇ ਪਿਤਾ ਦੀ ਮੌਤ ਹੋਈ ਸੀ ਉਹ ਕਾਫੀ ਵੱਡਾ ਹਾਦਸਾ ਸੀ। ਉਹਨਾਂ ਨੇ ਆਪਣੇ ਪਿਤਾ ਜੀ ਦਾ ਚਿਹਰਾ ਦੇਖਿਆ ਜੋ ਬੁਰੀ ਤਰ੍ਹਾਂ ਸੜਿਆ ਹੋਇਆ ਸੀ। ਉਹ ਆਪਣੇ ਪਿਤਾ ਦਾ ਸੜਿਆ ਹੋਇਆ ਚਿਹਰਾ ਬਿਲਕੁਲ ਨਹੀਂ ਭੁੱਲ ਸਕਦੀਆਂ ਸੀ। ਉਹਨਾਂ ਦੇ ਪਿਤਾ ਜੀ ਦੀ ਮੌਤ ਬਹੁਤ ਦਰਦਨਾਕ ਢੰਗ ਨਾਲ ਹੋਈ ਸੀ, ਜਿਸ ਕਾਰਨ ਉਹ ਇਸ ਬਾਰੇ ਸੋਚ ਕੇ ਰੋਣ ਲੱਗ ਜਾਂਦੀਆਂ ਸੀ। ਮੇਰੇ ਪਤੀ ਦੀ ਮੌਤ ਨੂੰ ਕਈ ਦਿਨ ਬੀਤ ਚੁੱਕੇ ਸਨ, ਪਰ ਅਜੇ ਤੱਕ ਉਹਨਾਂ ਦੀ ਹਾਲਤ ਠੀਕ ਨਹੀਂ ਹੋਈ ਸੀ। ਉਹਨਾਂ ਦੋਹਾਂ ਦੀ ਮੈਨੂੰ ਵੀ ਬਹੁਤ ਚਿੰਤਾ ਹੋਣ ਲੱਗੀ। ਉਸ ਸਮੇਂ ਦਿੱਲੀ ਵਿੱਚ ਭਾਰੀ ਮੀਂਹ ਪੈ ਰਿਹਾ ਸੀ ਅਤੇ ਮੀਂਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਸੀ, ਕਿਉਂਕਿ ਘਰ ਵਿੱਚ ਰਾਸ਼ਨ ਆਦਿ ਖਤਮ ਹੋ ਗਿਆ ਸੀ ਅਤੇ ਮੈਂ ਖੁਦ ਰਾਸ਼ਨ ਲੈ ਕੇ ਆਉਂਦੀ ਸੀ। ਹੁਣ ਮੇਰੀਆਂ ਧੀਆਂ ਦੀ ਹਾਲਤ ਕਾਰਨ ਮੈਂ ਉਹਨਾਂ ਨੂੰ ਘਰ ਵਿੱਚ ਇਕੱਲਾ ਨਹੀਂ ਛੱਡ ਸਕਦੀ ਸੀ। ਮੇਰੀਆਂ ਮੁਸ਼ਕਲਾਂ ਦਿਨ ਬ ਦਿਨ ਵੱਧਦੀਆਂ ਜਾ ਰਹੀਆਂ ਸਨ। ਪਤੀ ਦੀ ਮੌਤ ਕਾਰਨ ਉਹਨਾਂ ਦੀ ਪੜ੍ਹਾਈ ਰੁਕ ਗਈ ਸੀ। ਇੱਕ ਦਿਨ ਤੇਜ਼ ਮੀਂਹ ਪੈ ਰਿਹਾ ਸੀ, ਜਿਸ ਕਾਰਨ ਪੂਰੇ ਇਲਾਕੇ ਦੀਆਂ ਲਾਈਟਾਂ ਬੁਝ ਗਈਆਂ। ਘਰ ਵਿੱਚ ਬਹੁਤ ਹਨੇਰਾ ਹੋ ਗਿਆ ਸੀ ਅਤੇ ਮੇਰੀਆਂ ਦੋਵੇਂ ਧੀਆਂ ਹਨੇਰੇ ਤੋਂ ਬਹੁਤ ਡਰੀਆਂ ਹੋਈਆਂ ਸਨ। ਮੈਂ ਸਾਰੀ ਰਾਤ ਆਪਣੀਆਂ ਧੀਆਂ ਨਾਲ ਬਿਤਾਈ। ਮੈਂ ਆਪਣੀਆਂ ਦੋਵੇਂ ਧੀਆਂ ਨੂੰ ਛਾਤੀ ਨਾਲ ਲਾ ਕੇ ਰੱਖਿਆ। ਦੋਵੇਂ ਬੁਰੀ ਤਰ੍ਹਾਂ ਰੋ ਰਹੀਆਂ ਸਨ। ਮੀਂਹ ਕਾਰਨ ਹਰ ਰੋਜ਼ ਘਰਾਂ ਦੀਆਂ ਲਾਈਟਾਂ ਬੰਦ ਹੋਣ ਲੱਗੀਆਂ, ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਰਾਤ ਨੂੰ ਸੌਣਾ ਔਖਾ ਹੋ ਗਿਆ ਸੀ ਅਤੇ ਸਾਰਾ ਦਿਨ ਬੇਚੈਨੀ ਵਿੱਚ ਬੀਤਦਾ ਸੀ। ਮੇਰੇ ਤੋਂ ਆਪਣੀਆਂ ਜਵਾਨ ਧੀਆਂ ਦੀ ਇਹ ਹਾਲਤ ਦੇਖ ਕੇ ਬਰਦਾਸ਼ਤ ਨਾ ਹੋ ਸਕਿਆ। ਸਾਡੇ ਇਲਾਕੇ ਵਿੱਚ ਇੱਕ ਬਜ਼ੁਰਗ ਮਾਤਾ ਰਹਿੰਦੀ ਸੀ। ਉਹ ਮਾਤਾ ਦੀਆਂ ਬਹੁਤ ਚੰਗੀਆਂ ਆਦਤਾਂ ਸਨ। ਉਹ ਅਕਸਰ ਸਾਡੇ ਘਰ ਆਉਂਦੀ ਰਹਿੰਦੀ ਸੀ। ਇਲਾਕੇ ਦੇ ਲੋਕਾਂ ਨਾਲ ਸਾਡੀ ਚੰਗੀ ਬਣਦੀ ਸੀ। ਜਿਹੜੇ ਲੋਕ ਵੀ ਮੇਰੇ ਮੁਹੱਲੇ ਵਿੱਚ ਰਹਿੰਦੇ ਸਨ, ਸਾਰਿਆਂ ਨੇ ਸਾਡਾ ਬਹੁਤ ਖਿਆਲ ਰੱਖਿਆ ਅਤੇ ਲੋਕ ਜਾਣਦੇ ਸਨ ਕਿ ਮੇਰੇ ਪਤੀ ਦੀ ਮੌਤ ਹੋ ਗਈ ਸੀ ਅਤੇ ਮੈਂ ਆਪਣੀਆਂ ਧੀਆਂ ਨਾਲ ਇਕੱਲੀ ਸੀ। ਇਸੇ ਕਰਕੇ ਆਂਢ ਗੁਆਂਢ ਦੇ ਲੋਕ ਸਾਡਾ ਬਹੁਤ ਖਿਆਲ ਰੱਖਦੇ ਸਨ। ਸਾਰੀ ਗਲੀ ਦੇ ਲੋਕ ਮਾਂ ਜੀ ਨੂੰ ਬੜੀ ਮਾਂ ਕਹਿ ਕੇ ਬੁਲਾਉਂਦੇ ਸਨ। ਵੈਸੇ ਉਸ ਦਾ ਅਸਲੀ ਨਾਮ ਸੁਮਿਤਰਾ ਦੇਵੀ ਸੀ। ਉਸ ਦੀਆਂ 2 ਜਵਾਨ ਧੀਆਂ ਅਤੇ 2 ਜਵਾਨ ਪੁੱਤਰ ਵੀ ਸਨ। ਉਹ ਬਹੁਤ ਹੀ ਸੰਸਕਾਰੀ ਅਤੇ ਚੰਗੀ ਔਰਤ ਸੀ। ਇੱਕ ਦਿਨ ਜਦੋਂ ਉਹ ਸਾਡੇ ਘਰ ਆਈ ਤਾਂ ਮੈਂ ਉਸ ਨੂੰ ਆਪਣੀ ਧੀਆਂ ਦੀ ਹਾਲਤ ਬਾਰੇ ਦੱਸਿਆ। ਉਸ ਨੇ ਕਿਹਾ ਕਿ ਇਸ ਤਰ੍ਹਾਂ ਦੀ ਇੱਕ ਘਟਨਾ ਵਾਪਰੀ ਸੀ ਜਿਸ ਤੋਂ ਤੁਹਾਡੀਆਂ ਧੀਆਂ ਆਪਣੇ ਪਿਤਾ ਦੀ ਮੌਤ ਨੂੰ ਭੁੱਲ ਨਹੀਂ ਸਕਦੀਆਂ। ਜਦੋਂ ਲੜਕਾ ਉਸ ਬਾਬੇ ਕੋਲ ਗਿਆ ਤਾਂ ਉਹ ਬਹੁਤ ਪਰੇਸ਼ਾਨ ਸੀ ਅਤੇ ਜਦੋਂ ਉਹ ਵਾਪਸ ਆਇਆ ਤਾਂ ਉਹ ਪੂਰੀ ਤਰ੍ਹਾਂ ਠੀਕ ਸੀ। ਅਜਿਹਾ ਹੀ ਇੱਕ ਹਾਦਸਾ ਗੁਆਂਢ ਵਿੱਚ ਰਹਿਣ ਵਾਲੇ ਇੱਕ ਲੜਕੇ ਨਾਲ ਵਾਪਰਿਆ ਸੀ। ਉਹ ਬਾਬਾ ਅਗਲੀ ਗਲੀ ਵਿੱਚ ਰਹਿੰਦਾ ਹੈ। ਤੁਸੀਂ ਉਹਨਾਂ ਕੋਲ ਜਾ ਕੇ ਉਹਨਾਂ ਨੂੰ ਆਪਣੀਆਂ ਦੋਵੇਂ ਧੀਆਂ ਦੀ ਹਾਲਤ ਬਾਰੇ ਦੱਸੋ ਅਤੇ ਦੇਖੋ ਕਿ ਤੁਹਾਡੀਆਂ ਦੋਵੇਂ ਧੀਆਂ ਬਿਲਕੁਲ ਠੀਕ ਹੋ ਜਾਣਗੀਆਂ। ਮਾਂ ਜੀ ਦੀ ਇਹ ਗੱਲ ਮੈਨੂੰ ਠੀਕ ਲੱਗੀ। ਮੈਂ ਉਸ ਨੂੰ ਕਿਹਾ ਕਿ ਤੁਸੀਂ ਮੈਨੂੰ ਆਪਣੇ ਨਾਲ ਲੈ ਜਾਇਓ ਤਾਂ ਠੀਕ ਹੈ। ਉਹਨਾਂ ਨੇ ਕਿਹਾ ਕਿ ਅਸੀਂ ਕੱਲ੍ਹ ਨੂੰ ਹੀ ਤੁਹਾਡੀਆਂ ਧੀਆਂ ਨੂੰ ਬਾਬੇ ਕੋਲ ਲੈ ਕੇ ਜਾਵਾਂਗੇ। ਮੈਂ ਮਾਂ ਜੀ ਨੂੰ ਕਿਹਾ ਤੁਹਾਡਾ ਬਹੁਤ ਬਹੁਤ ਧੰਨਵਾਦ। ਮੇਰੀਆਂ ਧੀਆਂ ਵੱਡੀਆਂ ਹੋ ਰਹੀਆਂ ਹਨ। ਉਹਨਾਂ ਦੇ ਵਿਆਹ ਦੀ ਉਮਰ ਵੀ ਹੋ ਗਈ ਹੈ। ਉਹਨਾਂ ਦੀ ਪੜ੍ਹਾਈ ਵੀ ਖਰਾਬ ਹੋ ਗਈ ਹੈ ਅਤੇ ਉਸ ਦੀ ਹਾਲਤ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਮੈਂ ਇਹਨਾਂ ਦੋਵਾਂ ਨੂੰ ਕਿਵੇਂ ਸੰਭਾਲਾਂਗੀ ਅਤੇ ਇਹਨਾਂ ਦਾ ਰਿਸ਼ਤਾ ਕਿਵੇਂ ਕਰਾਂਗੀ ਅਤੇ ਅਜਿਹੀਆਂ ਕੁੜੀਆਂ ਨਾਲ ਕੌਣ ਵਿਆਹ ਕਰੇਗਾ। ਮਾਂ ਜੀ ਨੇ ਕਿਹਾ ਬੇਟੀ ਚਿੰਤਾ ਨਾ ਕਰ, ਉਹ ਬਾਬਾ ਬਹੁਤ ਵਧੀਆ ਹੈ। ਕੱਲ੍ਹ ਅਸੀਂ ਉੱਥੇ ਜਾਵਾਂਗੇ ਅਤੇ ਤੁਸੀਂ ਦੇਖੋ ਤੁਹਾਡੀਆਂ ਧੀਆਂ ਬਿਲਕੁਲ ਠੀਕ ਹੋ ਜਾਣਗੀਆਂ। ਮਾਂ ਜੀ ਦੀ ਗੱਲ ਸੁਣ ਕੇ ਮੈਨੂੰ ਕੁਝ ਸਕੂਨ ਮਿਲਿਆ। ਅਗਲੇ ਦਿਨ ਮੈਂ ਮਾਂ ਜੀ ਅਤੇ ਆਪਣੀਆਂ 2 ਧੀਆਂ ਨੂੰ ਲੈ ਕੇ ਚਲੀ ਗਈ। ਅਸੀਂ ਸਾਡੀ ਗਲੀ ਵਿੱਚ ਰਹਿੰਦੇ ਬਾਬੇ ਕੋਲ ਹੀ ਗਏ ਸੀ। ਮੈਂ ਦੇਖਿਆ ਕਿ ਉੱਥੇ ਬਹੁਤ ਸਾਰੇ ਲੋਕ ਪਹਿਲਾਂ ਹੀ ਮੌਜੂਦ ਸਨ। ਮੇਰੀਆਂ ਧੀਆਂ ਤਾਂ ਡਰੀਆਂ ਹੋਈਆਂ ਸਨ, ਪਰ ਉੱਥੇ ਅਜੇ ਲੋਕ ਮੌਜੂਦ ਸਨ ਜਿਨ੍ਹਾਂ ਦੇ ਸਰੀਰਾਂ ਵਿੱਚ ਬਹੁਤ ਸਾਰੀਆਂ ਆਤਮਾਵਾਂ ਸਨ। ਪਹਿਲਾਂ ਤਾਂ ਮੈਂ ਇਹ ਦੇਖ ਕੇ ਹੈਰਾਨ ਵੀ ਹੋਈ ਤੇ ਡਰੀ ਵੀ। ਫਿਰ ਮੈਂ ਦੇਖਿਆ ਕਿ ਇਸ ਬਾਬੇ ਨੇ ਸਾਰਿਆਂ ਨੂੰ ਠੀਕ ਕਰ ਦਿੱਤਾ। ਅਜੇ ਲੋਕਾਂ ਨੂੰ ਦੇਖ ਕੇ ਮੈਨੂੰ ਵੀ ਬਾਬੇ ਤੇ ਭਰੋਸਾ ਹੋ ਗਿਆ।
ਮੈਂ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੀਆਂ ਧੀਆਂ ਦੀਆਂ ਸਾਰੀਆਂ ਮੁਸ਼ਕਲਾਂ ਬਾਬੇ ਨੂੰ ਦੱਸੀਆਂ। ਉਹਨਾਂ ਨੂੰ ਬਹੁਤ ਡਰ ਲੱਗਣ ਲੱਗ ਪਿਆ ਹੈ, ਜਿਸ ਕਾਰਨ ਉਹਨਾਂ ਦੀ ਪੜ੍ਹਾਈ ਵੀ ਖਰਾਬ ਹੋ ਗਈ ਹੈ ਅਤੇ ਮੈਨੂੰ ਵੀ ਬਹੁਤ ਚਿੰਤਾ ਹੋਣ ਲੱਗੀ ਹੈ। ਉਸ ਬਾਬੇ ਨੇ ਮੈਨੂੰ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ, ਮੈਂ ਤੁਹਾਡੀਆਂ ਧੀਆਂ ਨੂੰ ਬਿਲਕੁਲ ਠੀਕ ਕਰ ਦਿਆਂਗਾ। ਤੇਰੀਆਂ ਦੋਵੇਂ ਧੀਆਂ ਤੇਰੇ ਨਾਮ ਦੀ ਮਹਿਮਾ ਕਰਨਗੀਆਂ, ਦੋਵਾਂ ਦਾ ਭਵਿੱਖ ਬਹੁਤ ਵਧੀਆ ਹੋਵੇਗਾ। ਬਾਬੇ ਨੇ ਮੇਰੀਆਂ ਬੇਟੀਆਂ ਤੇ ਕੁਝ ਮੰਤਰ ਕੀਤੇ ਅਤੇ ਕੁਝ ਘੁਸਰ-ਮੁਸਰ ਕਰਕੇ ਦੋਹਾਂ ਨੂੰ ਚਲੇ ਜਾਣ ਲਈ ਕਿਹਾ। ਜਦੋਂ ਉਹ ਦੋਵੇਂ ਮੇਰੇ ਕੋਲ ਆਏ ਤਾਂ ਉਹਨਾਂ ਨੇ ਕਿਹਾ ਕਿ ਮਾਂ, ਸਾਨੂੰ ਇੰਜ ਲੱਗਾ ਜਿਵੇਂ ਸਾਡੇ ਸਰੀਰ ਵਿੱਚੋਂ ਕੋਈ ਚੀਜ਼ ਨਿਕਲ ਰਹੀ ਹੋਵੇ। ਬਾਹਰ ਆਉਣ ਤੋਂ ਬਾਅਦ ਮੇਰੀਆਂ ਧੀਆਂ ਦੇ ਚਿਹਰੇ ਮੁਸਕਰਾ ਰਹੇ ਸਨ, ਜਿਨ੍ਹਾਂ ਨੂੰ ਦੇਖ ਕੇ ਮੈਂ ਬਹੁਤ ਖੁਸ਼ ਹੋਈ ਅਤੇ ਮੈਨੂੰ ਉਦੋਂ ਹੀ ਮਹਿਸੂਸ ਹੋਇਆ ਕਿ ਮੇਰੀਆਂ ਧੀਆਂ ਬਿਲਕੁਲ ਠੀਕ ਹੋ ਜਾਣਗੀਆਂ। ਮੈਂ ਖੁਸ਼ੀ-ਖੁਸ਼ੀ ਬਾਬੇ ਨੂੰ ਪੈਸੇ ਦੇਣ ਲੱਗੀ, ਪਰ ਬਾਬੇ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ। ਉਸਨੇ ਮੈਨੂੰ ਕਿਹਾ ਕਿ ਅਨਾਥ ਲੜਕੀਆਂ ਹਨ, ਮੈਂ ਉਹਨਾਂ ਦੇ ਇਲਾਜ ਲਈ ਕੁਝ ਨਹੀਂ ਲੈ ਸਕਦਾ। ਮੈਂ ਉਹਨਾਂ ਨੂੰ ਅਸ਼ੀਰਵਾਦ ਦਿੰਦਾ ਹਾਂ ਕਿ ਉਹ ਦੋਵੇਂ ਹਮੇਸ਼ਾ ਕਾਮਯਾਬ ਰਹਿਣ। ਮੈਂ ਬਾਬੇ ਲਈ ਬਹੁਤ ਪ੍ਰਾਰਥਨਾ ਕੀਤੀ, ਕਿਉਂਕਿ ਉਸਨੇ ਬਦਲੇ ਵਿੱਚ ਮੇਰੇ ਤੋਂ ਕੁਝ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਮੈਂ ਆਪਣੀਆਂ ਦੋਵੇਂ ਧੀਆਂ ਨੂੰ ਘਰ ਵਾਪਸ ਲੈ ਆਈ ਅਤੇ ਅਗਲੇ ਹੀ ਦਿਨ ਮੇਰੀਆਂ ਧੀਆਂ ਕਾਲਜ ਜਾਣ ਲੱਗੀਆਂ। ਉਹਨਾਂ ਦੀ ਜ਼ਿੰਦਗੀ ਫਿਰ ਤੋਂ ਨਾਰਮਲ ਹੋ ਗਈ ਸੀ ਅਤੇ ਹੁਣ ਮੈਂ ਬੇਫਿਕਰ ਹੋ ਗਈ ਸੀ ਅਤੇ ਹੁਣ ਅਸੀਂ ਆਪਣੀ ਜ਼ਿੰਦਗੀ ਦੁਬਾਰਾ ਸ਼ਾਂਤੀ ਨਾਲ ਜੀਣ ਲੱਗ ਪਏ ਸੀ। ਹੁਣ ਮੈਨੂੰ ਲੋਕਾਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੇਰੀ ਵੱਡੀ ਧੀ ਪੁਲਿਸ ਅਫਸਰ ਬਣ ਗਈ ਹੈ ਅਤੇ ਮੇਰੀ ਛੋਟੀ ਬੇਟੀ ਡਾਕਟਰ ਬਣ ਗਈ ਹੈ। ਅੱਜ ਮੇਰੇ ਘਰ ਦੇ ਹਾਲਾਤ ਬਿਲਕੁਲ ਠੀਕ ਹੋ ਗਏ ਹੈ। ਕਈ ਸਾਲਾਂ ਬਾਅਦ ਜਦੋਂ ਮੈਂ ਆਪਣੀ ਸੱਸ ਨੂੰ ਦੇਖਿਆ ਤਾਂ ਉਹ ਮੇਰੇ ਸਾਹਮਣੇ ਬੁਰੀ ਤਰ੍ਹਾਂ ਰੋ ਰਹੀ ਸੀ। ਮੇਰੀ ਸੱਸ ਆਪਣੀ ਮਦਦ ਲਈ ਮੇਰੇ ਕੋਲ ਆਈ ਸੀ। ਮੇਰੀ ਸੱਸ ਨੇ ਦੱਸਿਆ ਕਿ ਉਸ ਦੇ ਤਿੰਨੋਂ ਜਵਾਈਆਂ ਨੇ ਆਪਣਾ ਘਰ ਆਪੋ ਆਪਣੇ ਨਾਂ ਕਰਵਾ ਕੇ ਉਸ ਨੂੰ ਘਰੋਂ ਕੱਢ ਦਿੱਤਾ ਸੀ ਅਤੇ ਹੁਣ ਉਹ ਉਸ ਘਰ ਵਿੱਚ ਆਪਣੀਆਂ ਧੀਆਂ ਨਾਲ ਰਹਿ ਰਹੇ ਹੈ। ਅੱਜ ਮੈਨੂੰ ਆਪਣੀ ਸੱਸ ਦੀ ਇਹ ਗੱਲ ਸੁਣ ਕੇ ਬਹੁਤ ਖੁਸ਼ੀ ਹੋਈ, ਕਿਉਂਕਿ ਉਹਨਾਂ ਨੇ ਉਹ ਘਰ ਆਪਣੀਆਂ ਧੀਆਂ ਲਈ ਰੱਖਿਆ ਸੀ ਅਤੇ ਇਸ ਘਰ ਦੀ ਖਾਤਰ ਉਹਨਾਂ ਨੇ ਆਪਣੇ ਪੁੱਤਰ ਨੂੰ ਆਪਣੀ ਜ਼ਿੰਦਗੀ ਤੋਂ ਬਾਹਰ ਜਾਣ ਲਈ ਕਿਹਾ ਸੀ। ਅੱਜ ਇਹਨਾਂ ਹੀ ਧੀਆਂ ਨੇ ਆਪਣੇ ਪਤੀਆਂ ਨਾਲ ਮਿਲ ਕੇ ਉਸ ਨੂੰ ਬੇਘਰ ਕਰ ਦਿੱਤਾ ਸੀ। ਮੈਨੂੰ ਆਪਣੀ ਸੱਸ ਦੀ ਇਹ ਹਾਲਤ ਦੇਖ ਕੇ ਬਿਲਕੁਲ ਵੀ ਅਫਸੋਸ ਨਹੀਂ ਹੋਇਆ, ਪਰ ਮੈਂ ਹੁਣ ਆਪਣੀ ਸੱਸ ਨੂੰ ਆਪਣੇ ਕੋਲ ਰੱਖ ਕੇ ਆਪਣੀਆਂ ਧੀਆਂ ਦਾ ਜੀਵਨ ਬਰਬਾਦ ਨਹੀਂ ਕਰ ਸਕਦੀ ਸੀ। ਮੈਂ ਆਪਣੀ ਸੱਸ ਨੂੰ ਦਿੱਲੀ ਦੇ ਇੱਕ ਬਿਰਧ ਆਸ਼ਰਮ ਵਿੱਚ ਭੇਜ ਦਿੱਤਾ ਸੀ। ਹੁਣ ਉਹ ਉੱਥੇ ਸ਼ਾਂਤੀ ਨਾਲ ਰਹਿ ਰਹੀ ਹੋਵੇਗੀ। ਮੈਂ ਕਦੇ ਵੀ ਆਪਣੀ ਸੱਸ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਹੁਣ ਮੇਰਾ ਧਿਆਨ ਮੇਰੀਆਂ ਧੀਆਂ ਤੇ ਹੈ। ਮੈਂ ਆਪਣੀਆਂ ਧੀਆਂ ਨਾਲ ਬਹੁਤ ਖੁਸ਼ ਹਾਂ। ਮੇਰੀਆਂ ਦੋਵੇਂ ਧੀਆਂ ਨੇ ਆਪਣੇ ਪਿਤਾ ਜੀ ਦਾ ਮਾਣ ਵਧਾਇਆ ਹੈ। ਦੋਸਤੋ, ਤੁਹਾਨੂੰ ਸਾਡੀ ਕਹਾਣੀ ਕਿਵੇਂ ਲੱਗੀ? ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।